ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰੂਪਾ ਸੁਖ ਸੰਤੋ ਪਿਤਾ ਸਿੱਖ ਟਿਕਾਣਾ। ਇਨ ਖਸਮ ਪਾਸਾ ਤੋਰੀ ਜਾਵਨ ਖਾਨਾ। ਰੂਪਾ ਸੁਖ ਸੰਤੋ ਪਿਤਾ ਸਿੱਖ ਟਿਕਾਣਾ। ਇਨ ਖਸਮ ਪਾਸਾ ਤੋਰੀ ਜਾਵਨ ਖਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਰ ਅਪਾਰ ਬਖਸ਼ਿਸ਼ ਦਾ ਸਦਕਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਣੇ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀਦਾਰ ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਲੜੀਵਾਰ ਰੂਪ ਦੇ ਵਿੱਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦਾ ਪਾਵਨ ਲੜੀਵਾਰ ਇਤਿਹਾਸ ਸਰਵਣ ਕਰ ਰਹੇ ਹਾਂ। ਜਿਵੇਂ ਮਹਾਰਾਜ ਸਾਹਿਬ ਜੀ ਲੰਮੇ ਨਗਰ ਤੋਂ, ਲੰਮੇ ਜੱਟਪੁਰੇ ਤੋਂ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਰਾਏਕੋਟ ਪਹੁੰਚਦੇ ਹਨ। ਰਾਏ ਕੱਲਾ ਆਪਣੇ ਘਰ ਵਿੱਚ ਵੀ ਲੈ ਕੇ ਜਾਂਦਾ ਮਹਾਰਾਜ ਸਾਹਿਬ ਜੀ ਨੂੰ। ਫਿਰ ਉੱਥੋਂ ਗਰੀਬ ਨਵਾਜ ਸਾਹਿਬ ਜੀ ਅੱਗੇ ਦੀਨੇ ਨਗਰ ਪਹੁੰਚਦੇ ਹਨ, ਜਿਸ ਨੂੰ ਦੀਨਾ ਕਾਂਗੜ ਕਿਹਾ ਜਾਂਦਾ ਹੈ। ਉਂਝ ਕਾਂਗੜ ਵੱਖਰਾ ਹੈ, ਦੀਨਾ ਵੱਖਰਾ ਹੈ। ਸਤਿਗੁਰੂ ਜੀ ਦੀਨੇ ਨਗਰ ਦੇ ਵਿੱਚ ਪਹੁੰਚਦੇ ਹਨ ਔਰ ਉੱਥੋਂ ਦੇ ਵਸਨੀਕ ਜੋ ਛੇਵੇਂ ਮਹਾਰਾਜ ਸਾਹਿਬ ਜੀ ਦਾ ਸਿੱਖ ਸੀ ਰਾਏ ਜੋਧ, ਜਦੋਂ ਮਾਲਵੇ ਦੇ ਵਿੱਚ ਗੁਰੂ ਸਾਹਿਬ ਜੀ ਨੇ ਜੰਗ ਕੀਤਾ ਲੱਲਾ ਬੇਗ ਦੀ 35,000 ਫੌਜ ਦੇ ਨਾਲ, ਉਸ ਵੇਲੇ ਰਾਏ ਜੋਧ ਨੇ ਮਹਾਰਾਜ ਸਾਹਿਬ ਜੀ ਦੀ ਸੇਵਾ ਕੀਤੀ ਸੀ ਜੰਗ ਦੇ ਵਿੱਚ। ਤੇ ਉਸ ਰਾਏ ਜੋਧ ਦੇ ਪੋਤਰੇ ਸਨ ਭਾਈ ਸ਼ਮੀਰ, ਲਖਮੀਰ ਤੇ ਤਖਤ ਮੱਲ। ਇਹ ਤਿੰਨ ਭਰਾ, ਇਹ ਆਪਣੇ ਸੰਗੀਆਂ ਸਾਥੀਆਂ ਦੇ ਨਾਲ ਗੁਰੂ ਸਾਹਿਬ ਜੀ ਨੂੰ ਅੱਗੋਂ ਲੈਣ ਵਾਸਤੇ ਆਉਂਦੇ ਹਨ। ਇਹ ਕਵੀ ਜੀ ਨੇ ਪਹਿਲਾਂ ਇਹ ਪ੍ਰਸੰਗ ਕਥਨ ਕੀਤਾ ਕਿ ਗੁਰੂ ਸਾਹਿਬ ਜੀ ਜਿਵੇਂ ਦੀਨੇ ਕਾਂਗੜ ਪਹੁੰਚੇ, ਉਸ ਤੋਂ ਬਾਅਦ ਵਿੱਚ ਫਿਰ ਭਾਈ ਸਾਹਿਬ ਜੀ ਨੇ ਆਖਿਆ ਵੀ ਜੋ ਰਾਏ ਕੱਲੇ ਦਾ ਕੁਝ ਪ੍ਰਸੰਗ ਰਹਿੰਦਾ ਹੈ ਉਹ ਵੀ ਨਾਲ ਬੇਨਤੀ ਸਾਂਝੀ ਕੀਤੀ ਜਾਵੇ ਕਿ ਉਹ ਵੀ ਸਰੋਤਾ ਜਨੋ ਸੁਣੋ। ਜਿਵੇਂ ਮਹਾਰਾਜ ਨੇ ਜੋ ਸ੍ਰੀ ਸਾਹਿਬ ਬਖਸ਼ਿਸ਼ ਕੀਤੀ, ਉਹ ਰਾਏ ਕੱਲੇ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਲੰਘੇ ਤੇ ਸਜਾ ਕੇ ਆਪਣੇ ਜੀਵਨ ਭਰ ਉਹਦੀ ਸੇਵਾ ਕੀਤੀ।
ਉਸ ਤੋਂ ਬਾਅਦ ਉਸ ਦੇ ਪੁੱਤਰ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ ਬੜੀ ਸ਼ਰਧਾ ਭਾਵਨਾ ਨਾਲ। ਫਿਰ ਪੋਤਰਾ ਜਿਹੜਾ ਸੀ ਰਾਏ ਕੱਲੇ ਦਾ, ਉਹ ਮੌਲਵੀਆਂ ਦੇ ਤੇ ਹੋਰ ਤਰਕਵਾਨ ਲੋਕਾਂ ਦੇ ਸੰਗਤ ਵਿੱਚ ਪੈ ਕੇ ਵਿਗੜ ਗਿਆ। ਉਹਨੇ ਤਰਕਾਂ ਕੀਤੀਆਂ ਤੇ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਸ੍ਰੀ ਸਾਹਿਬ ਉਹ ਗਾਤਰੇ ਪਾ ਲਈ ਸ਼ਿਕਾਰ ਨੂੰ ਗਿਆ। ਹਿਰਨ ਦੇ ਮਾਰਨ ਲੱਗਾ, ਆਪਦੇ ਪੱਟ ਤੇ ਵੱਜ ਗਈ, ਪੱਟ ਵੱਢਿਆ ਗਿਆ, ਖੂਨ ਬਹੁਤਾ ਵਗ ਗਿਆ। ਨਾਲ ਦੇ ਸਿਪਾਹੀ ਚੁੱਕ ਕੇ ਪਾਲਕੀ ਚ ਰੱਖ ਕੇ ਘਰੇ ਲਿਆਉਣ ਲੱਗੇ ਤੇ ਘਰੇ ਆਉਣ ਤੋਂ ਪਹਿਲਾਂ ਹੀ ਮਰ ਮੁੱਕ ਗਿਆ। ਵੀ ਜਦੋਂ ਸ੍ਰੀ ਸਾਹਿਬ ਨੂੰ ਗਾਤਰੇ ਪਾਇਆ, ਗੁਰੂ ਸਾਹਿਬ ਜੀ ਦਾ ਬਚਨ ਨਹੀਂ ਮੰਨਿਆ ਤੇ ਉਹ ਫਿਰ ਇਸ ਤਰ੍ਹਾਂ ਦੀ ਹਾਲਤ ਹੋਈ। ਰਾਜ ਭਾਗ ਵੀ ਸਮਾਪਤ ਹੋ ਗਿਆ, ਕੁੱਲ ਵੀ ਸਮਾਪਤ ਹੋ ਗਈ। ਇਹ ਕਵੀ ਜੀ ਨੇ ਨਾਲ ਲਗਵਾਂ ਜਿਹੜਾ ਪ੍ਰਸੰਗ ਹੈ ਉਹ ਦੱਸਿਆ। ਪਹਿਲਾਂ ਮਹਾਰਾਜ ਸਾਹਿਬ ਜੀ ਦੀ ਗਾਥਾ, ਗੁਰੂ ਸਾਹਿਬ ਜੀ ਰਾਏ ਕੱਲੇ ਤੋਂ ਜਿਵੇਂ ਅੱਗੇ ਦੀਨੇ ਪਹੁੰਚੇ ਉੱਥੋਂ ਤੀਕ ਦੱਸਿਆ। ਫਿਰ ਰਾਏ ਕੱਲੇ ਦਾ ਬਾਕੀ ਦਾ ਜਿਹੜਾ ਪ੍ਰਸੰਗ ਸੀ ਉਹ ਦੱਸਿਆ। ਉਂਝ ਇਹ ਜਿਹੜਾ ਵਾਪਰਿਆ ਤੇ ਬਾਅਦ ਵਿੱਚ ਹੀ ਹੈ ਨਾ, ਵੀ ਰਾਏ ਕੱਲੇ ਨੇ ਆਪਣੀ ਸਾਰੀ ਉਮਰ ਭੋਗੀ, ਫਿਰ ਉਦੋਂ ਬਾਅਦ ਉਹਦੇ ਪੁੱਤਰ ਨੇ ਸਾਰੀ ਉਮਰ ਭੋਗੀ, ਫਿਰ ਪੋਤਰੇ ਨੇ। ਪਰ ਕਵੀ ਜੀ ਨੇ ਬੇਨਤੀ ਕੀਤੀ ਵੀ ਇਹ ਨਾਲ ਲਗਵਾ ਹੁਣ ਇੱਥੇ ਰਾਏ ਕੱਲੇ ਦੀ ਜਿਹੜੀ ਗਾਥਾ ਚੱਲ ਰਹੀ, ਇਸ ਕਰਕੇ ਬਾਕੀ ਉਹਦੀ ਬੰਸ ਦਾ ਜਿਹੜਾ ਪ੍ਰਸੰਗ ਉਹ ਵੀ ਨਾਲ ਭਾਈ ਸੁਣ ਲਵੋ। ਤਾਂ ਭਾਈ ਸਾਹਿਬ ਜੀ ਨੇ ਜਿਵੇਂ ਕਥਨ ਕੀਤਾ ਉਸ ਤਰ੍ਹਾਂ ਬੇਨਤੀ ਸਾਂਝੀ ਕੀਤੀ ਗਈ। ਹੁਣ ਸਤਿਗੁਰੂ ਸਾਹਿਬ ਜੀ ਦੀਨੇ ਨਗਰ ਵਿੱਚ ਪਹੁੰਚੇ ਹੋਏ ਹਨ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਤਾਂ ਕੁਝ ਜਿਹੜੇ ਪ੍ਰਸੰਗ ਵਾ ਉਹ ਇਤਿਹਾਸ ਦੇ ਵਿੱਚ ਨਹੀਂ ਵੀ ਆਏ। ਜਿਵੇਂ ਪਿੱਛੇ ਵੀ ਕੁਝ ਅਸਥਾਨ ਮਹਾਰਾਜ ਸਾਹਿਬ ਜੀ ਦੇ ਹੋਰ ਕਾਇਮ ਹੋਏ, ਜਿਵੇਂ ਆਲਮਗੀਰ ਸਾਹਿਬ, ਉਹਦਾ ਵੀ ਜ਼ਿਕਰ ਇਸ ਪਵਿੱਤਰ ਗ੍ਰੰਥ ਵਿੱਚ ਨਹੀਂ ਆਇਆ ਹੈ। ਇਸੇ ਤਰ੍ਹਾਂ ਉਸੇ ਇਲਾਕੇ ਵਿੱਚ ਸਥਾਨ ਸੋਭਾ ਪਾਉਂਦਾ ਹੈ ਗੁਰਦੁਆਰਾ ਪਾਕਾ ਸਾਹਿਬ, ਉਹਦਾ ਵੀ ਜ਼ਿਕਰ ਇਸ ਪਾਵਨ ਗ੍ਰੰਥ ਵਿੱਚ ਨਹੀਂ ਆਇਆ ਹੈ। ਉਹ ਆਪਾਂ ਜੋ ਸੰਗਤਾਂ ਉਧਰਲੇ ਇਲਾਕੇ ਵਿੱਚ, ਕਿਉਂਕਿ ਕੁਝ ਜਿਹੜਾ ਹੈ ਉਹ ਗ੍ਰੰਥਾਂ ਵਿੱਚ ਇਤਿਹਾਸ ਨਹੀਂ ਲਿਖਿਆ ਗਿਆ, ਉਹ ਇਲਾਕੇ ਦੀ ਸੰਗਤ ਨੂੰ ਹੀ ਪਤਾ ਹੁੰਦਾ ਹੈ, ਜਾਂ ਜਦੋਂ ਯਾਤਰਾ ਤੇ ਜਾਈਏ ਦਰਸ਼ਨ ਕਰਨ ਵਾਸਤੇ ਫਿਰ ਪਤਾ ਲੱਗਦਾ ਹੈ। ਹੁਣ ਜਿਵੇਂ ਸੁਲਤਾਨਪੁਰ ਸਾਹਿਬ ਜੀ ਦਾ ਹੀ ਸਾਰਾ ਇਤਿਹਾਸ ਹੈ, ਜਿੰਨਾ ਇਹ ਗ੍ਰੰਥਾਂ ਵਿੱਚ ਲਿਖਿਆ ਹੋਇਆ ਉਹਨਾਂ ਤੇ ਲਿਖਿਆ ਹੀ ਹੈ, ਪਰ ਲਿਖਣ ਤੋਂ ਬਾਹਰ ਵੀ ਬਹੁਤ ਹੈ ਜਿਹੜਾ ਇਲਾਕੇ ਦੀ ਸੰਗਤ ਨੂੰ ਹੀ ਪਤਾ ਹੁੰਦਾ ਹੈ। ਕੁਝ ਉਤਰਾ ਸੀਨਾ ਬਸੀਨਾ ਵੀ ਚੱਲਿਆ ਆਉਂਦਾ ਇਤਿਹਾਸ ਹੈ। ਉੱਥੋਂ ਦਾ ਇਹ ਜ਼ਿਕਰ ਆਉਂਦਾ ਜਿਹੜਾ ਗੁਰਦੁਆਰਾ ਪਾਕਾ ਸਾਹਿਬ ਹੈ, ਵੀ ਜਦੋਂ ਮਹਾਰਾਜ ਸਾਹਿਬ ਜੀ ਉਸ ਨਗਰ ਵਿੱਚ ਪਹੁੰਚੇ ਸਨ ਤੇ ਗਰੀਬ ਨਵਾਜ਼ ਸਾਹਿਬ ਜੀ ਦਾ ਜਿਹੜਾ ਹੱਥ ਦਾ ਅੰਗੂਠਾ ਹੈ ਨਾ, ਉੱਥੇ ਉਹ ਤੀਰ ਚਲਾਉਣ ਦੇ ਨਾਲ ਮਹਾਰਾਜ ਸਾਹਿਬ ਜੀ ਦੀ, ਕਈਆਂ ਨੇ ਅੰਗੂਠਾ ਆਖਿਆ, ਕਈਆਂ ਨੇ ਉਂਗਲੀ ਆਖਿਆ ਹੈ, ਵੀ ਉਹ ਜ਼ਖਮ ਹੋਣ ਕਰਕੇ ਤੇ ਭਰ ਗਈ ਸੀ, ਉਂਗਲੀ ਪੱਕ ਗਈ ਸੀ ਮਹਾਰਾਜ ਸਾਹਿਬ, ਅੰਗੂਠਾ ਕਹਿ ਲਈਏ ਅੰਗੂਠਾ ਪੱਕ ਗਿਆ ਸੀ। ਤਾਂ ਸਤਿਗੁਰੂ ਸਾਹਿਬ ਜੀ ਨੇ ਉੱਥੇ ਬਚਨ ਕੀਤਾ ਕਿ ਕੋਈ ਇੱਥੇ ਕੋਈ ਵੈਦ ਹਕੀਮ ਹੈ ਜਿਹੜਾ ਸਾਡੇ ਇਹ ਅੰਗੂਠੇ ਦਾ ਇਲਾਜ ਕਰੇ, ਅੰਗੂਠਾ ਪੱਕਾ ਹੋਇਆ ਵੀ ਉਹਦੇ ਵਿੱਚ ਰੇਸ਼ਾ ਭਰ ਗਿਆ ਹੈ। ਤਾਂ ਉਸ ਵੇਲੇ ਉੱਥੇ ਇੱਕ ਮੁਸਲਮਾਨ ਸੀ, ਉਂਝ ਨਗਰ ਵਾਲਿਆਂ ਨੇ ਆਖਿਆ ਜੀ ਇੱਥੇ ਕੋਈ ਵੈਦ ਹਕੀਮ ਤਾਂ ਨਹੀਂ ਹੈ। ਤਾਂ ਉਹ ਜਿਹੜਾ ਭਾਵਨਾ ਵਾਲਾ ਸੀ ਉਹਨੇ ਆਖਿਆ ਜੀ ਜੇ ਮੈਨੂੰ ਆਗਿਆ ਦਿਓ ਤੇ ਮੈਂ ਸੇਵਾ ਕਰਦਾ ਹਾਂ, ਮੈਂ ਮੁਸਲਮਾਨ ਹਾਂ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਨਹੀਂ, ਤੂੰ ਸੇਵਾ ਕਰ, ਸਾਡੇ ਮਤ ਦੇ ਵਿੱਚ ਕੋਈ ਐਸਾ ਨਹੀਂ ਹੈ, ਅਸੀਂ ਕਿਸੇ ਮਤ ਮਤੰਤਰ ਨਾਲ ਵਿਤਕਰਾ ਨਹੀਂ ਰੱਖਦੇ ਹਾਂ, ਕੋਈ ਭੇਦ ਕੋਈ ਫਰਕ ਨਹੀਂ ਹੈ। ਫਿਰ ਉਹਨੇ ਜੋ ਮਹਾਰਾਜ ਸਾਹਿਬ ਜੀ ਦਾ ਜ਼ਖਮ ਸੀ ਉੱਤੇ ਪੱਟੀ ਵੀ ਗੁਰੂ ਸਾਹਿਬ ਜੀ ਨੇ ਕੀਤੀ ਹੋਈ ਸੀ, ਉਹ ਨਾਲ ਜੁੜ ਚੁੱਕੀ ਸੀ ਪੱਟੀ। ਫਿਰ ਆਪਣੇ ਮੂੰਹ ਵਿੱਚ ਮਹਾਰਾਜ ਸਾਹਿਬ ਜੀ ਦਾ ਅੰਗੂਠਾ ਪਾ ਕੇ ਮੂੰਹ ਦੀ ਗਰਮ ਹਵਾੜ ਦੇ ਦੇ ਕੇ, ਭਾਫ ਦੇ ਕੇ ਗੁਰੂ ਸਾਹਿਬ ਜੀ ਦੀ ਪੱਟੀ ਪ੍ਰੇਮ ਦੇ ਨਾਲ ਲਾਈ। ਉਹਦੇ ਮਨ ਵਿੱਚ ਭਾਵਨਾ ਸੀ ਤੇ ਇਸ ਤਰ੍ਹਾਂ ਕੀਤਾ, ਨਹੀਂ ਤੇ ਇਸ ਤਰ੍ਹਾਂ ਕੌਣ ਕਰਦਾ। ਉਹਨੇ ਆਪਣੇ ਮੁਖ ਵਿੱਚ ਪਾ ਕੇ ਗੁਰੂ ਸਾਹਿਬ ਜੀ ਦਾ ਅੰਗੂਠਾ ਮੂੰਹ ਦੀ ਹਵਾੜ ਦੇ ਦੇ ਕੇ ਗਰਮ, ਤੇ ਫਿਰ ਮਹਾਰਾਜ ਸਾਹਿਬ ਜੀ ਦੀ ਪੱਟੀ ਲਾਈ ਤੇ ਉਹ ਅੰਗੂਠਾ ਪੱਕਾ ਹੋਇਆ ਸੀ। ਉਹ ਮਾਲਵੇ ਦੇ ਵਿੱਚ ਉਸ ਨਗਰ ਦੇ ਵਿੱਚ ਗੁਰਦੁਆਰਾ ਪਾਕਾ ਸਾਹਿਬ ਸਥਾਨ ਸੋਭਾ ਪਾਉਂਦਾ। ਤਾਂ ਫਿਰ ਜਦੋਂ ਉਹਨੇ ਉਹ ਸਾਰਾ ਸੇਵਾ ਕੀਤੀ ਅੰਗੂਠੇ ਦੀ,
ਤਾਂ ਮਹਾਰਾਜ ਸਾਹਿਬ ਜੀ ਉਹਦੇ ਸੇਵਾ ਤੇ ਖੁਸ਼ ਹੋਏ ਤੇ ਗਰੀਬ ਨਵਾਜ ਸਾਹਿਬ ਜੀ ਨੇ ਉਸ ਨੂੰ ਸਿੱਖਿਆ ਦਿੱਤੀ, ਬਚਨ ਕੀਤਾ ਵੀ ਆਪਣੀ ਕੁਲ ਦੇ ਵਿੱਚ ਤੰਬਾਕੂ ਨਹੀਂ ਵਰਤਣਾ, ਹੁੱਕਾ ਨਹੀਂ ਪੀਣਾ, ਤੇ ਹੋਰ ਵੀ ਸਿੱਖਿਆ ਦਿੱਤੀ। ਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਤੇਰੀ ਕੁਲ ਵਧੇ ਫੁੱਲੇਗੀ, ਜਿਵੇਂ ਉਸ ਸਥਾਨ ਤੇ ਅੱਜ ਕੱਲ ਦੱਸਿਆ ਜਾਂਦਾ ਇਤਿਹਾਸ ਵੀ ਫੇਰ ਉਸਨੇ ਮਹਾਰਾਜ ਸਾਹਿਬ ਜੀ ਦਾ ਬਚਨ ਮੰਨਿਆ ਤੇ ਉਹਦੀ ਕੁਲ ਅੱਗੇ ਬਹੁਤ ਵਧੀ। ਤਾਂ ਫਿਰ ਸਮਾਂ ਪਾ ਕਰਕੇ ਅੱਗੇ ਉਹਦੀ ਕੁਲ ਦੇ ਵਿੱਚ ਜਦੋਂ ਕਿਸੇ ਨੇ ਹੁੱਕਾ ਆਦਿਕ ਪੀਤਾ ਤੇ ਫਿਰ ਕਹਿੰਦੇ ਵੀ ਉਹ ਕੁਲ ਸਮਾਪਤ ਵੀ ਹੋ ਗਈ, ਤੰਬਾਕੂ ਵਰਤਿਆ। ਵੀ ਗੁਰੂ ਸਾਹਿਬ ਜੀ ਦੇ ਐਸੇ ਬਚਨ ਜਿਹੜੇ ਹਨ ਜਿਨ੍ਹਾਂ ਨੇ ਕਮਾਏ ਉਹਨਾਂ ਨੂੰ ਫਲ ਵੀ ਮਿਲਿਆ, ਜਦੋਂ ਮਹਾਰਾਜ ਦਾ ਬਚਨ ਛੱਡ ਦਿੱਤੇ ਫਿਰ ਘਾਟਾ ਵੀ ਪਿਆ। ਤਾਂ ਇੱਥੇ ਜੋ ਜ਼ਿਕਰ ਆ ਰਿਹਾ ਹੈ, ਗੁਰੂ ਸਾਹਿਬ ਜੀ ਦੀਨੇ ਨਗਰ ਵਿੱਚ ਪਹੁੰਚੇ ਹੋਏ ਆ ਔਰ ਨਗਰ ਦੇ ਵਿੱਚ ਚੁਬਾਰੇ ਦੇ ਵਿੱਚ ਸਤਿਗੁਰੂ ਸਾਹਿਬ ਜੀ ਹਨ। ਕਈਆਂ ਇੱਥੇ ਨਾਮ ਨਹੀਂ ਆਇਆ ਵੀ ਜਿਸ ਸਿੱਖ ਦਾ ਉਹ ਚੁਬਾਰਾ ਸੀ, ਪਰ ਨਾਲ ਕਈਆਂ ਗੁਰਮੁਖਾਂ ਨੇ ਜ਼ਿਕਰ ਕੀਤਾ ਕਿ ਉਹ ਭਾਈ ਦੇਸੂ ਦਾ ਚੁਬਾਰਾ ਸੀ। ਭਾਈ ਸੰਤੋਖ ਸਿੰਘ ਜੀ ਨੇ ਤਾਂ ਨਾਮ ਕੋਈ ਨਹੀਂ ਦਿੱਤਾ, ਇਹ ਦੱਸਿਆ ਵੀ ਦੀਨੇ ਨਗਰ ਦੇ ਵਿੱਚ ਬਾਕੀ ਕੱਚੇ ਘਰ ਸੀ ਤੇ ਇੱਕ ਚੁਬਾਰਾ ਸੋਭਾ ਪਾਉਂਦਾ ਸੀ, ਉਸ ਚੁਬਾਰੇ ਵਿੱਚ ਮਹਾਰਾਜ ਸਾਹਿਬ ਜੀ ਠਹਿਰੇ। ਤਾਂ ਹੋਰ ਗੁਰਮੁਖਾਂ ਨੇ ਜ਼ਿਕਰ ਕੀਤਾ ਹੈ ਉਹ ਭਾਈ ਦੇਸੂ ਤਰਖਾਣ ਦਾ ਚੁਬਾਰਾ ਸੀਗਾ, ਗੁਰੂ ਕੇ ਪਿਆਰ ਵਾਲੇ ਦਾ। ਉਹਨੇ ਬੜੀ ਭਾਵਨਾ ਦੇ ਨਾਲ ਸੇਵਾ ਕੀਤੀ। ਮਹਾਰਾਜ ਸਾਹਿਬ ਜੀ ਦੇ ਉੱਥੇ ਹੀ ਸੰਗਤਾਂ ਦਰਸ਼ਨ ਕਰ ਰਹੀਆਂ, ਕੋਈ ਘੋੜੇ ਲਿਆ ਕੇ ਅਰਪਣ ਕਰ ਰਿਹਾ ਹੈ। ਇੱਥੇ ਫਿਰ ਮਹਾਰਾਜ ਸਾਹਿਬ ਜੀ ਦੇ ਪਾਸ ਆ ਕਰਕੇ ਕਈਆਂ ਨੇ ਨੌਕਰ ਵੀ ਰਹਿਣਾ ਕੀਤਾ ਹੈ। ਗਿਆਨੀ ਗਿਆਨ ਸਿੰਘ ਜੀ ਨੇ ਜ਼ਿਕਰ ਕੀਤਾ ਵੀ ਇੱਥੇ ਖੰਡੇ ਬਾਟੇ ਦਾ ਅੰਮ੍ਰਿਤ ਮਹਾਰਾਜ ਸਾਹਿਬ ਜੀ ਨੇ ਛਕਾਇਆ, ਕਈਆਂ ਨੇ ਅੰਮ੍ਰਿਤ ਛਕਿਆ ਤੇ ਫਿਰ ਇੱਥੇ 1400 ਸਿੰਘ ਤਿਆਰ ਬਰ ਤਿਆਰ ਹੋਇਆ ਦੀਨੇ ਨਗਰ ਦੇ ਵਿੱਚ। ਤਾਂ ਕਈ ਮਹਾਰਾਜ ਸਾਹਿਬ ਜੀ ਦੇ ਪਾਸ ਨਿਸ਼ਕਾਮ ਸੇਵਾ ਦੇ ਵਿੱਚ ਹਾਜ਼ਰ ਹੋਏ, ਕਈ ਨੌਕਰ ਰਹੇ ਆ ਕਰਕੇ। ਫਿਰ ਉਹ ਸਾਰੇ ਜਥੇ ਨੂੰ ਮਹਾਰਾਜ ਸਾਹਿਬ ਜੀ ਨਾਲ ਲੈ ਕਰਕੇ ਇਲਾਕੇ ਵਿੱਚ ਵਿਚਰਦੇ, ਉੱਥੇ ਦੀਨੇ ਕਾਂਗੜ ਦੇ ਇਲਾਕੇ ਦੇ ਵਿੱਚ। ਤਾਂ ਜੀਵਾਂ ਦੀ ਕਲਿਆਣ ਕਰਨ ਵਾਸਤੇ ਸਤਿਗੁਰੂ ਜੀ ਸ਼ਿਕਾਰ ਖੇਲਣ ਵਾਸਤੇ ਜਾਂਦੇ ਹਨ। ਤਾਂ ਇਸ ਤਰ੍ਹਾਂ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਵਾ, ਇਹ ਦੀਨੇ ਕਾਂਗੜ ਦੀ ਭਾਵ ਦੀਨੇ ਨਗਰ ਦੀ ਜਿਹੜੀ ਗਾਥਾ ਉਹ ਚੱਲ ਰਹੀ ਹੈ। ਚਾਕਰ ਰਾਖੇ ਕਿਤਕ ਤਹਿ ਗੁਰ ਚੜ੍ਹੇ ਅਖੇਰੇ, ਦੇਸ਼ ਵਿਦੇਸ਼ਨ ਸੁਨਤ ਭੇ ਸੁਣ ਸੁਣ ਤਿਸ ਬੇਰੇ, ਸ਼ਰਧਾਲੂ ਔਰ ਭਾਉ ਜੁਤ ਦਰਸ਼ਨ ਗਨ ਆਈ, ਵੱਡੀ ਭੀੜ ਹੋਵਣ ਲੱਗੀ ਲਾਹਾ ਵੱਡ ਪਾਈ। ਵੱਡੀ ਭੀੜ ਗੁਰੂ ਸਾਹਿਬ ਜੀ ਦੇ ਪਾਸ ਹੋਣ ਲੱਗੀ ਤੇ ਗੁਰੂ ਕੇ ਦਰਸ਼ਨਾਂ ਦਾ ਵੱਡਾ ਲਾਭ ਸੰਗਤਾਂ ਪ੍ਰਾਪਤ ਕਰਨ ਲੱਗੀਆਂ। ਇਸ ਤੋਂ ਅੱਗੇ ਲੜੀਵਾਰ ਗਾਥਾ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰੂਪਾ ਸੁਣ ਸਤਿ ਕੀਤਾ ਵੈਸੇ ਕਿਥਾਨਾ। ਹੁਣ ਹੋਰ ਸਿੱਖਾਂ ਦਾ ਜ਼ਿਕਰ ਕਰਦੇ ਹਨ ਭਾਈ ਸੰਤੋਖ ਸਿੰਘ ਜੀ। ਕਹਿੰਦੇ ਵੀ ਜੋ ਪਿੱਛੇ ਛੇਵੇਂ ਮਹਾਰਾਜ ਦੇ ਸਿੱਖ ਦੋ ਹੋਏ ਹਨ, ਪਿਤਾ ਤੇ ਪੁੱਤਰ। ਇੱਕ ਦਾ ਨਾਮ ਹੈ ਭਾਈ ਰੂਪਾ, ਇਹ ਪੁੱਤਰ ਹੈ, ਤੇ ਪਿਤਾ ਦਾ ਨਾਮ ਹੈ ਭਾਈ ਸਾਧੂ। ਇਸ ਨੂੰ ਭਾਈ ਸਾਧੂ ਵੀ ਕਿਹਾ ਜਾਂਦਾ ਹੈ ਤੇ ਭਾਈ ਸੱਧੂ ਵੀ ਕਿਹਾ ਜਾਂਦਾ। ਉਹ ਭਾਈ ਸਾਧੂ ਪਿਤਾ ਹੈ ਤੇ ਪੁੱਤਰ ਹੈ ਭਾਈ ਰੂਪਾ। ਇਹ ਦੋਵੇਂ ਸਿੱਖ ਜੋ ਤਰਖਾਣ ਬਰਾਦਰੀ ਦੇ ਵਿੱਚੋਂ ਸਨ। ਤੇ ਤਰਖਾਣ ਸਾਧ ਸੰਗਤ ਜੀ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਲੱਕੜ ਦਾ ਕਾਰੀਗਰ ਹੈ। ਤਰ ਕਿਹਾ ਜਾਂਦਾ ਹੈ ਦਰਖਤ ਨੂੰ। ਜਦੋਂ ਆਪਾਂ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ ਤਰ ਅਤੇ ਤਰੂ, ਇਹ ਦਰਖਤ ਵਾਸਤੇ ਅੱਖਰ ਆਏ ਹਨ। ਤਰ ਕਹਿੰਦੇ ਆ ਦਰਖਤ ਨੂੰ, ਤੇ ਜੋ ਦਰਖਤਾਂ ਦੀ ਲੱਕੜ ਨੂੰ ਵੱਢਦਾ ਕੱਟਦਾ ਤੇ ਉਹਦੀ ਕਾਰੀਗਰੀ ਕਰਦਾ ਹੈ ਉਹਨੂੰ ਆਖਿਆ ਗਿਆ ਤਰਖਾਣ। ਤਰ ਦਰਖਤ ਨੂੰ ਤਰਾਸ਼ਣ ਵਾਲਾ, ਵੱਢਣ ਵਾਲਾ, ਉਹਦੀ ਕਾਰੀਗਰੀ ਕਰਨ ਵਾਲਾ, ਉਹ ਤਰਖਾਣ। ਕੰਮਾਂ ਦੇ ਨਾਂ ਤੇ ਹੀ ਜਾਤੀਆਂ ਬਣੀਆਂ। ਲੋਹੇ ਦਾ ਜਿਹੜਾ ਕੰਮ ਕਰਦਾ ਉਹਨੂੰ ਲੁਹਾਰ ਕਹਿ ਦਿੱਤਾ ਗਿਆ, ਲੱਕੜ ਦੇ ਕੰਮ ਕਰਨ ਵਾਲੇ ਨੂੰ ਤਰਖਾਣ ਕਹਿ ਦਿੱਤਾ ਗਿਆ। ਇਸੇ ਤਰ੍ਹਾਂ ਚੰਮ ਦਾ ਕੰਮ ਕਰਨ ਵਾਲੇ ਨੂੰ ਚਮਿਆਰ ਕਹਿ ਦਿੱਤਾ ਗਿਆ। ਬਾਅਦ ਵਿੱਚ ਅੱਗੇ ਤੋਂ ਅੱਗੇ ਫਿਰ ਉਹਦੀ ਉਹ ਜਾਤੀ ਹੀ ਬਣ ਗਈ।
ਕੰਮਾਂ ਦੇ ਲਿਹਾਜ਼ ਦੇ ਨਾਲ। ਤਾਂ ਕਹਿੰਦੇ ਵੀ ਇਹ ਦੋਵੇਂ ਸਿੱਖ ਜੋ ਲੱਕੜ ਦਾ ਕੰਮ ਕਰਨ ਵਾਲੇ ਸੀ, ਪਿਤਾ ਪੁੱਤਰ, ਪਿਤਾ ਭਾਈ ਸਾਧੂ ਤੇ ਪੁੱਤਰ ਭਾਈ ਰੂਪਾ, ਜਿਨ੍ਹਾਂ ਨੇ ਛੇਵੇਂ ਮਹਾਰਾਜ ਸਾਹਿਬ ਜੀ ਨੂੰ ਪ੍ਰਸੰਨ ਕੀਤਾ ਸੀ। ਇਹਨਾਂ ਜਾਂ ਜੇ ਹੋਰ ਥੋੜਾ ਜਿਹਾ ਪਿਛੋਕੜ ਪੜ੍ਹੀਏ ਨਾ, ਭਾਈ ਰੂਪੇ ਦਾ ਤੇ ਭਾਈ ਸਾਧੂ ਦਾ। ਜਿਹੜਾ ਭਾਈ ਸਾਧੂ ਸੀ ਨਾ, ਇਹ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦਾ ਸਿੱਖ ਹੋਇਆ ਭਾਈ ਆਕਲ। ਭਾਈ ਆਕਲ ਦੀ ਜਿਹੜੀ ਪੁੱਤਰੀ ਸੀ ਨਾ, ਉਹ ਇਸ ਭਾਈ ਸਾਧੂ ਦੇ ਨਾਲ ਵਿਆਹੀ ਹੋਈ ਸੀ। ਭਾਈ ਆਕਲ ਦੀ ਪੁੱਤਰੀ। ਉਹ ਭਾਈ ਆਕਲ ਵੀ ਛੇਵੇਂ ਮਹਾਰਾਜ ਸਾਹਿਬ ਜੀ ਦਾ ਸਿੱਖ ਸੀ। ਉਹਨਾਂ ਦਿਨਾਂ ਦੇ ਵਿੱਚ ਅੱਜ ਕੱਲ੍ਹ ਵਰਗਾ ਰਿਵਾਜ ਨਹੀਂ ਹੁੰਦਾ ਸੀ ਵੇਖਣ ਵਿਖਾਉਣ ਵਾਲਾ ਬਹੁਤਾ, ਤੇ ਉਦੋਂ ਉਹ ਲਾਗੀ ਭੇਜਦੇ ਹੁੰਦੇ ਸੀ, ਵਿਚੋਲਾ ਹੀ ਭੇਜਦੇ ਸੀ, ਉਹੀ ਵੇਖਦਾ ਹੁੰਦਾ ਸੀ ਤੇ ਉਹੀ ਰਿਸ਼ਤਾ ਤੈਅ ਕਰ ਦਿੰਦਾ ਸੀ। ਜਦੋਂ ਭਾਈ ਆਕਲ ਨੇ ਆਪਣੀ ਪੁੱਤਰੀ ਦਾ ਰਿਸ਼ਤਾ ਭਾਈ ਸਾਧੂ ਨਾਲ ਕੀਤਾ ਸੀ, ਵਿਆਹ ਹੋ ਗਿਆ, ਤੇ ਜਦੋਂ ਆਪਣੀ ਲੜਕੀ ਨੂੰ ਡੋਲੀ ਵਿੱਚ ਬਿਠਾ ਕੇ ਤੋਰਿਆ ਤੇ ਭਾਈ ਆਕਲ ਰੋਣ ਲੱਗ ਪਿਆ। ਧੀ ਨੇ ਉਸ ਵੇਲੇ ਹੌਸਲਾ ਦਿੱਤਾ, ਧੀਰਜ ਦਿੱਤਾ, ਪਰ ਭਾਈ ਆਕਲ ਨੇ ਪਤਾ ਕੀ ਆਖਿਆ? ਇਤਿਹਾਸ ਵਿੱਚ ਲਿਖਿਆ, ਆਖਿਆ, ਧੀਏ ਮੈਂ ਤੈਨੂੰ ਪਾਲਿਆ ਪੋਸਿਆ, ਤੈਨੂੰ ਗੁਰਬਾਣੀ ਪੜ੍ਹਾਈ, ਗੁਰਸਿੱਖੀ ਦੀ ਰਹੁ ਰੀਤ ਵੀ ਦੱਸੀ, ਮਰਿਆਦਾ, ਪਰ ਜਿੱਥੇ ਤੇਰਾ ਮੈਂ ਵਿਆਹ ਕੀਤਾ ਤੇ ਜਿਸ ਘਰ ਦੀ ਤੂੰ ਨੂੰਹ ਬਣ ਕੇ ਜਾ ਰਹੀ ਹੈ ਨਾ, ਉਹ ਪਰਿਵਾਰ ਸਿੱਖ ਨਹੀਂ ਹੈ। ਉਹਨੂੰ ਬਾਅਦ ਚ ਪਤਾ ਲੱਗਾ ਸੀ ਭਾਈ ਆਕਲ ਨੂੰ। ਆਖਿਆ ਵੀ ਉਹ ਪਰਿਵਾਰ ਸਿੱਖ ਨਹੀਂ, ਉਹ ਸਖੀ ਸਰਵਰੀਆਂ ਨੂੰ ਮੰਨਣ ਵਾਲਾ, ਉਹ ਕਬਰ ਦਾ ਪੁਜਾਰੀ ਹੈ। ਧੀਏ ਮੈਂ ਤੇਰੀ ਕਿਸਮਤ ਨਹੀਂ ਬਦਲ ਸਕਿਆ, ਤੇਰੇ ਕਰਮ ਨਹੀਂ ਬਦਲ ਸਕਿਆ। ਉਸ ਵੇਲੇ ਉਹ ਭਾਈ ਆਕਲ ਦੀ ਪੁੱਤਰੀ ਨੇ ਆਪਣੇ ਪਿਤਾ ਨੂੰ ਧੀਰਜ ਦਿੱਤੀ। ਆਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਮਿਹਰ ਕਰਨਗੇ, ਤੁਸੀਂ ਪਿਤਾ ਜੀ ਹੌਸਲਾ ਰੱਖੋ। ਜਿਸ ਵੇਲੇ ਉਹਦੀ ਡੋਲੀ ਜਾ ਰਹੀ ਸੀ ਨਾ, ਅੰਮ੍ਰਿਤ ਵੇਲੇ, ਉਹਨਾਂ ਦਿਨਾਂ ਨੂੰ ਰਾਤ ਨੂੰ ਤੋਰ ਦਿੰਦੇ ਹੁੰਦੇ ਸੀ ਡੋਲੀ, ਰਾਤ ਵੀ ਬਰਾਤਾਂ ਰਹਿੰਦੀਆਂ ਹੁੰਦੀਆਂ ਸੀ। ਜਦੋਂ ਜਾ ਰਹੀ ਸੀ ਤੇ ਭਾਈ ਕੇ ਡਰੌਲੀ ਥਾਣੀ ਲੰਘਣੀ ਸੀ ਡੋਲੀ। ਛੇਵੇਂ ਪਾਤਸ਼ਾਹ ਉੱਥੇ ਉਤਰੇ ਹੋਏ ਸਨ, ਗੁਰੂ ਹਰਗੋਬਿੰਦ ਸਾਹਿਬ ਜੀ, ਤੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ। ਦੀਵਾਨ ਸੱਜਿਆ ਸੀ, ਭਾਈ ਕੀ ਡਰੌਲੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦਾ, ਇਹ ਗਰੀਬ ਨਵਾਜ ਸਾਹਿਬ ਜੀ ਦਾ ਇੱਥੇ ਸਾਈਂ ਦਾਸ ਸਾਂਢੂ ਰਹਿੰਦਾ ਹੁੰਦਾ ਸੀ। ਬੀਬੀ ਰਾਮੋ ਉਹਦੇ ਘਰ ਵਾਲੀ, ਜੋ ਸਤਿਕਾਰਯੋਗ ਮਾਤਾ ਦਮੋਦਰੀ ਜੀ ਡੱਲੇ ਵਾਲੇ ਹਨ, ਬਾਬਾ ਨਰੈਣ ਦਾਸ ਜੀ ਦੀ ਸੁਪੁੱਤਰੀ, ਛੇਵੇਂ ਪਾਤਸ਼ਾਹ ਮਹਾਰਾਜ ਦੇ ਮਹਿਲ, ਮਾਤਾ ਦਮੋਦਰੀ ਜੀ ਦੇ ਭੈਣ ਸਨ ਬੀਬੀ ਰਾਮੋ ਜੀ, ਤੇ ਉਹਨਾਂ ਦੇ ਪਤੀ ਸਨ ਸਾਈਂ ਦਾਸ ਜੀ। ਸਾਈਂ ਦਾਸ ਦੇ ਘਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਤਾਰਾ ਸੀ। ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਤੇ ਭਾਈ ਆਕਲ ਦੀ ਪੁੱਤਰੀ ਦੀ ਡੋਲੀ ਜਾ ਰਹੀ ਹੈ। ਡੋਲੀ ਅੱਗੇ ਅੱਗੇ ਜਾ ਰਹੀ ਹੈ ਤੇ ਭਾਈ ਸਾਧੂ ਘੋੜੇ ਤੇ ਪਿੱਛੇ ਸਵਾਰ ਹੈ, ਬਾਕੀ ਸਾਰੀ ਬਰਾਤ ਨਾਲ ਜਾ ਰਹੀ। ਜਦੋਂ ਕੰਨਾਂ ਵਿੱਚ ਕੀਰਤਨ ਦੀ ਆਵਾਜ਼ ਪਈ, ਭਾਈ ਆਕਲ ਦੀ ਪੁੱਤਰੀ ਨੇ ਆਖਿਆ ਵੀ ਆ ਜਿੱਥੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਨਾ, ਕਹਾਰਾਂ ਨੂੰ ਆਖਿਆ ਵੀ ਡੋਲੀ ਉਧਰ ਨੂੰ ਲੈ ਕੇ ਜਾਓ। ਡੋਲੀ ਉੱਥੇ ਲੈ ਕੇ ਗਏ, ਡੋਲੀ ਥੱਲੇ ਰੱਖੀ, ਉਤਰੀ ਵਿੱਚੋਂ ਜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਨਮਸਕਾਰ ਕਰਕੇ ਜਿੱਥੇ ਕੀਰਤਨ ਹੋ ਰਿਹਾ ਸੰਗਤ ਵਿੱਚ ਬੈਠ ਗਈ। ਤੇ ਉਸ ਵੇਲੇ ਰੋ ਰਹੀ ਸੀ, ਉਹਦੇ ਅੱਖਾਂ ਚੋਂ ਪਾਣੀ ਵਗ ਰਿਹਾ ਸੀ। ਅੰਮ੍ਰਿਤ ਵੇਲਾ ਹੈ, ਕੀਰਤਨ ਦੀ ਸਮਾਪਤੀ ਹੋਈ। ਛੇਵੇਂ ਪਾਤਸ਼ਾਹ ਨੇ ਉਹ ਧੀ ਦੇ ਸਿਰ ਦੇ ਉੱਤੇ ਹੱਥ ਰੱਖਿਆ ਤੇ ਕਹਿਣ ਲੱਗੇ, ਧੀਏ ਇਹ ਵਿਆਹ ਵਾਲੇ ਤੇਰੇ ਬਸਤਰ ਹਨ ਤੇ ਤੂੰ ਇਸ ਵੇਲੇ ਸੰਗਤ ਦੇ ਵਿੱਚ ਤੇ ਰੋ ਕਾਤੋਂ ਰਹੀ ਹੈ? ਫਿਰ ਬੇਨਤੀ ਕਰਕੇ ਦੱਸਿਆ ਕਿ ਮਹਾਰਾਜ ਮੈਂ ਆਪ ਜੀ ਦੇ ਸਿੱਖ ਭਾਈ ਆਕਲ ਦੀ ਪੁੱਤਰੀ ਹਾਂ ਤੇ ਮੇਰੀ ਡੋਲੀ ਜਾ ਰਹੀ ਹੈ, ਮੈਂ ਕਹਾਰਾਂ ਨੂੰ ਬੇਨਤੀ ਕਰਕੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਹਾਂ। ਇਹਦਾ ਪਤੀ ਵੀ ਪਿੱਛੇ ਹੀ ਆ ਗਿਆ ਸੀ, ਭਾਈ ਸਾਧੂ ਜਿਹਦਾ ਜ਼ਿਕਰ ਆਇਆ।
महाराज मेरा जिहड़ा सहुरा परिवार है ना, जिथे मैं विआह के जा रही हाँ, वो आप जी दे घर दा सिख नहीं है। वो सखी सरवरियां नूं मनण वाला है, कवरां नूं मनण वाला है। ते महाराज किरपा करो। जदों बेनती कीती ते सतगुरु कहन लगे, धीए जो अमृत वेले तू आकर के संगत विच नमस्कार कीती है, तेरे अखां विच जल वगया है ते तेरे कर्म धोते गए है, तेरे लेख बदले गए है। नाल ही इहदा पति आके उन्होंने भी फिर मत्था टेकना ही पिया। जदों घर वाली आई सी, भाई साधु ने मत्था टेकिया, पहली वारी आया सी वो, ते सतगुरु जी ने बचन कीता, वेख भाई जिस घर विच तेरा रिश्ता जुड़िया है, ये गुरु नानक साहब जी दे घर दा सिख है परिवार, ते तू भी गुरु की सिक्खी धारण कर, ते कवरां ते नहीं जाना है। जदों छेवें पातशाह ने बचन कीता भाई की डरौली, ते नाल ही बचन कर दिता भाई आकल दी पुत्री नूं कि तुहाडे घरे जिहड़ा पुत्र पैदा होवेगा वो महान गुरसिख होवेगा। वेखो किन्नियां बख्शिशां होईयां महाराज साहब, नाले सिक्खी दिती, नाले पुत्र दी दात बख्शिश कीती। फिर जदों ये घरे गया है ते परिवार रात नूं पहुंचे, ते सवेरे वो कहिंदे भी आपां ते उत्थे मत्था टेकण जाना, जिथे जांदे हुंदे आ बाकी दे मैंबर, फिर उत्थे लैके जांदे ही आ ना। वो भाई साधु नूं ओदा पिता कहिंदा वा भी पिता भी माता भी आपां ते उत्थे जाने आ सरवर दे, भी चलो चलीए। जदों उत्थे लैके गए ते वो कई फड़ के लै गया नाल, वो कवर नूं ढाउण लग पिया, उहने मत्था नहीं टेकिया। ढा दिंदा सी, वो फेर बना दिंदे सी, ढा दिंदा सी, आखिरकार ढा के ही हटिया। कहंदा भी आपां नहीं मनना, छेवें पातशाह ने बचन कीता भी नहीं कवर नूं मनना। फिर समा पा के घरे पुत्र होया, ते कहंदा हुण इस पुत्र दा नां उसे गुरु साहब दे पासों जाके रखाउणा। भाई आकल दी पुत्री ते भाई साधु फिर अपने छोटे जे पुत्र नूं थोड़े दिनां दा सी लैके अकाल तख्त साहब आए। छेवें पातशाह दे चरनां च रख के नमस्कार कीती, महाराज तुसीं बचन कीता सी तुहाडे घरे पुत्र होवेगा ते गुरसिख होवेगा, महान गुरसिख, ते असीं आप जी दे दर्शन करन वास्ते आए अपने पुत्र नूं लै करके। आप जी दी किरपा नाल महाराज पुत्र होया, ਇਹਦਾ नाम भी तुसी रखो। महाराज ने चुकिया अपनी गोदी च रखिया, छेवें पातशाह ने वेंदे आ कहन लगे ਇਹਦਾ ते रूप बड़ा सोहना है, ਇਹਦਾ नाम भाई रूपचंद रख दईए, ਇਹਦਾ नाम भाई रूपा, ਜਿਹਦੇ ਨਾਂ ਤੇ ਬਾਅਦ ਵਿੱਚ ਨਗਰ ਵੀ ਵਸਾਇਆ ਮਾਲਵੇ ਵਿੱਚ, ਭਾਈ रूपा ਪਿੰਡ। ਉਹਨਾਂ ਦਾ ਜ਼ਿਕਰ ਆਇਆ ਸਾਧ ਸੰਗਤ जी कि ਉਹ पिता भाई साधु ਜਿਹਨੂੰ ਮਹਾਰਾਜ ਨੇ ਆਖਿਆ ਸੀ ਕਵਰ ਨੂੰ ਨਹੀਂ ਮੰਨਣਾ ਛੇਵੇਂ ਪਾਤਸ਼ਾਹ ਨੇ, ਤੇ ਉਹਦਾ ਪੁੱਤਰ ਭਾਈ ਰੂਪਾ, ਰੂਪਚੰਦ ਵੀ ਇਹਨੂੰ ਕਿਹਾ ਜਾਂਦਾ ਹੈ। ਸਿੱਧਾ ਨਾਂ ਜਿਹੜਾ ਉਹ ਭਾਈ ਰੂਪਾ ਹੈ। ਰੂਪਾ ਸੁਤ ਸੱਧੂ ਪਿਤਾ ਦੁਐ ਸਿੱਖ ਤਿਖਾਨਾ, ਜਿਨ ਖਸ਼ਟਮ ਪਤ ਸ਼ਾਹ ਕੋ ਰਿਝਾਵਨ ਠਾਨਾ। ਜਿਨ੍ਹਾਂ ਨੇ ਕਹਿੰਦੇ ਛੇਵੇਂ ਪਾਤਸ਼ਾਹੀ ਦੀ ਫਿਰ ਖੁਸ਼ੀ ਲਈ ਸੀ, ਉਹ ਕਿਵੇਂ ਖੁਸ਼ੀ ਲਈ ਸੀ ਉਹ ਅਗਲੇ ਬਚਨਾਂ ਵਿੱਚ ਆ ਰਿਹਾ ਹੈ। जेठ दा महीना सी ते दोपहर दा समा सी, अत दी गर्मी सी। इन्हां ने मशक विच पानी पा करके दरख्त दे नाल करीर दे नाल बन्निया होया सी मशक नूं, ते लकड़ां वढदे सी। ये लकड़ां जंगल दे विच, ते जिस वेले गर्मी दे मौसम दे विच जेठ दी दोपहर दे वेले जल छकन लगे ना आके, लकड़ां वढदे वढदे मुड़को मुड़की होए, ते जदों जल छकन लगे ते जल बड़ा ठंडा है, बहुत अत दा ठंडा। उस वेले वेखिया इन्हां ने जल ते ए भाई की डरौली तो 30 कोहां दी दूरी दे उत्ते जंगल च लकड़ां वढदे सी। उस वेले छेवें पातशाह 30 कोहां दी दूरी ते सी भाई की डरौली। जदों ये भाई रूपा भी जवान हो गया ते भाई साधु वड्डी उम्र विच है, जिस वेले लकड़ां वढदे सन, तां जदों ये जल छकन लगे जल बड़ा ठंडा, ते कहिंदे ये जल ते अपने गुरु साहिब दे छकण वाला है। ये पहलां छेवें पातशाह किते जल छकण ते फिर आपां छकीए तां वा खुशी। ते उस वेले इस तरह दा इन्हां दोनां ने पिता ने ते पुत्र ने प्रण कर लिया भी आपां नहीं छकना उन्ना चिर जल जिन्ना चिर छेवें पातशाह नहीं छकदे।
ਤੇ ਪ੍ਰੇਮ ਨਾਲ ਗੁਰੂ ਸਾਹਿਬ ਜੀ ਨੂੰ ਯਾਦ ਕੀਤਾ। ਅੰਦਰ ਪਰ ਸੀਤਲ ਵਿਕੈ ਇਹ ਹੋਤੇ ਪਰਿਅੰਕਾ। ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੋਹਣੇ ਘਰ ਦੇ ਵਿੱਚ ਜੋ ਭਾਈ ਸਾਈਂ ਦਾਸ ਜੀ ਨੇ ਬਣਾਇਆ ਸੀ, ਉੱਥੇ ਸਤਿਗੁਰੂ ਸਾਹਿਬ ਜੀ ਸੋਹਣੇ ਪਲੰਘੇ ਦੇ ਉੱਤੇ ਸਥਿਤ ਸਨ। ਆਪਣੇ ਮਹਿਲ ਆਪਣੇ ਮੇ ਕੋ ਧਾਈ ਪਜ ਸੰਕਾ। ਤੇ ਜਦੋਂ ਜਾਣਿਆ ਨਾ ਵੀ ਦੋ ਸਿੱਖ ਸਾਡੇ ਪ੍ਰੇਮ ਦੇ ਨਾਲ ਸਾਨੂੰ ਯਾਦ ਕਰ ਰਹੇ ਆ ਵੀ ਅਸੀਂ ਜਲ ਛਕਣਾ ਹੀ ਨਹੀਂ ਉਹਨਾਂ ਚਿਰ ਜਿੰਨਾ ਚਿਰ ਛੇਵੇਂ ਪਾਤਸ਼ਾਹ ਨਹੀਂ ਛਕਦੇ, ਤੇ ਮਹਾਰਾਜ ਸਾਹਿਬ ਜੀ ਛੇਤੀ ਨਾਲ ਫਿਰ ਕਿਸੇ ਨੂੰ ਨਹੀਂ ਦੱਸਿਆ, ਛੇਤੀ ਨਾਲ ਆਪਣੇ ਘੋੜੇ ਤੇ ਸਵਾਰ ਹੋ ਕਰਕੇ ਤੇ ਉੱਥੋਂ ਘੋੜਾ ਦੌੜਾਇਆ ਤੇ ਇਹਨਾਂ ਕੋਲੇ ਪਹੁੰਚ ਗਿਆ। ਮਗਰ ਮਗਰ ਸਿੱਖ ਆਏ ਸੀ ਬਾਕੀ ਵੀ ਛੇਵੇਂ ਪਾਤਸ਼ਾਹ ਕਿੱਧਰ ਨੂੰ ਚਲੇ ਗਏ। 30 ਕੋਹਾਂ ਦਾ ਪੈਂਡਾ ਤੈਅ ਕਰਕੇ ਮਹਾਰਾਜ ਸਾਹਿਬ ਜੀ ਆਏ ਸਨ ਵੀ ਸਾਡੇ ਵਿੱਚ ਪ੍ਰੇਮ ਕਰਕੇ ਬੈਠੇ ਹੋਏ ਆ ਸਾਡੇ ਦੋ ਪਿਆਰੇ ਸਿੱਖ। ਅੱਜ ਸਭ ਸੁਖ ਇਕ ਸਿੰਘ ਮਹਿ ਕੋਟਨ ਰਮਾਈ। ਮਹਾਰਾਜ ਸਾਹਿਬ ਜੀ ਉਸ ਵੇਲੇ ਠੰਡੇ ਘਰ ਦੇ ਵਿੱਚ ਬੈਠੇ ਹੋਏ ਸੀ ਪਲੰਘ ਤੇ ਸੁਖ ਆਰਾਮ ਨਾਲ, ਤੇ ਉਹ ਛੱਡ ਕਰਕੇ ਸਾਰੇ ਸੁੱਖ ਤੇ ਇੱਕ ਛਿਣ ਦੇ ਵਿੱਚ ਘੋੜੇ ਨੂੰ ਭਜਾ ਕਰਕੇ ਥੋੜੇ ਸਮੇਂ ਦੇ ਵਿੱਚ ਹੀ ਉੱਥੇ ਜੰਗਲ ਵਿੱਚ ਆ ਪਹੁੰਚੇ। ਤੇ ਇਸ ਤਰ੍ਹਾਂ ਆ ਕੇ ਮੰਗਿਆ ਛੇਵੇਂ ਪਾਤਸ਼ਾਹ ਨੇ ਜਲ, ਜਿਵੇਂ ਬਹੁਤ ਜ਼ਿਆਦਾ ਪਿਆਸੇ ਹੋਣ। ਕਹਿਣ ਲੱਗੇ ਭਾਈ ਪਾਣੀ ਹੈ, ਸਾਨੂੰ ਤਾਂ ਪਿਆਸ ਬੜੀ ਲੱਗੀ ਹੋਈ ਹੈ। ਉਹ ਯਾਦ ਕਰਦੇ ਸੀ ਗਰੀਬ ਨਵਾਜ਼ ਸਾਹਿਬ ਉਹਨਾਂ ਦੀ ਭਾਵਨਾ ਪੂਰੀ ਕਰਨ ਵਾਸਤੇ ਇਸ ਤਰ੍ਹਾਂ ਆ ਪਹੁੰਚੇ ਤੇ ਆ ਕੇ ਜਲ ਮੰਗਦੇ ਹਨ। ਤੇ ਇੱਧਰ ਇਹ ਇੰਨੇ ਜ਼ਿਆਦੇ ਧਿਆਏ ਸੀ ਨਾ, ਹਾਲੋਂ ਬਿਹਾਲ ਹੋਏ ਪਏ ਸੀ, ਪਰ ਪ੍ਰਣ ਕੀਤਾ ਸੀ ਵੀ ਪਹਿਲਾਂ ਛੇਵੇਂ ਪਾਤਸ਼ਾਹ ਜਲ ਛਕਣਗੇ ਫੇਰ ਹੀ ਛਕਾਂਗੇ। ਤਾਂ ਉਸ ਵੇਲੇ ਪਿਤਾ ਤੇ ਪੁੱਤਰ ਖੁਸ਼ ਹੋ ਗਏ, ਚਿੱਤ ਦੇ ਵਿੱਚ ਪ੍ਰਸੰਨਤਾ ਹੋ ਗਈ, ਛੇਤੀ ਦੇ ਨਾਲ ਉੱਠੇ ਹਨ। ਉਹ ਮਸ਼ਕ ਦਾ ਕੂਨੇ ਦਾ ਠੰਡਾ ਜਲ ਇਹਨਾਂ ਨੇ ਦਿੱਤਾ ਫਿਰ ਛੇਵੇਂ ਪਾਤਸ਼ਾਹੀ ਨੂੰ ਛਕਣ ਵਾਸਤੇ, ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਛਕਿਆ ਬੜੇ ਆਨੰਦ ਦੇ ਸਹਿਤ। ਫਿਰ ਇਹਨਾਂ ਪਿਤਾ ਪੁੱਤਰ ਦੋਨਾਂ ਸਿੱਖਾਂ ਦੇ ਉੱਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਆਪਣੇ ਮੁਖਾਰਬਿੰਦ ਤੋਂ ਬਚਨ ਕਰ ਦਿੱਤਾ ਕਿ ਹੁਣ ਤੁਸੀਂ ਲੰਗਰ ਚਲਾਇਆ ਕਰੋ ਗੁਰੂ ਦਾ, ਗੁਰੂ ਕਾ ਲੰਗਰ ਚਲਾਓ। ਦੇਗ ਕਹਿੰਦੇ ਲੰਗਰ ਨੂੰ, ਤੁਸੀਂ ਦੇਗ ਕਰੋ ਲੰਗਰ ਚਲਾਓ, ਤੇ ਇਹ ਜਿਹੜੀ ਤੁਸੀਂ ਕਿਰਤ ਕਰਦੇ ਹੋ ਇਹ ਹੁਣ ਛੱਡ ਦਿਓ, ਤੁਹਾਡੀ ਸੇਵਾ ਅਸੀਂ ਲੰਗਰ ਚਲਾਉਣ ਵਾਸਤੇ ਲਾਉਂਦੇ ਹਾਂ। ਤੇ ਉਦੋਂ ਤੋਂ ਫਿਰ ਇਹਨਾਂ ਨੇ ਬੜੇ ਭਾਵਨਾ ਦੇ ਨਾਲ ਲੰਗਰ ਚਲਾਇਆ, ਸਤ ਸੰਗਤ ਕਰਦੇ ਹਨ ਤੇ ਬਹੁਤ ਸੰਗਤ ਦਾ ਇਕੱਠ ਹੁੰਦਾ ਹੈ। ਫਿਰ ਇਹਨਾਂ ਦੀ ਕੁਲ ਵਧੀ ਅੱਗੇ। ਭਾਈ ਸਾਧੂ ਦਾ ਪੁੱਤਰ ਭਾਈ ਰੂਪਾ ਸੀ, ਭਾਈ ਰੂਪੇ ਦੀ ਅੱਗੇ ਜਿਹੜੀ ਬੰਸੋ ਵਧੀ ਹੈ ਛੇਵੇਂ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ। ਤੇ ਭਾਈ ਰੂਪੇ ਦੇ ਉਸ ਵੇਲੇ ਪੋਤਰੇ ਸਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਨੇ ਪਹੁੰਚੇ। ਉਹਨਾਂ ਦਾ ਜ਼ਿਕਰ ਕਰਨਾ ਸੀ, ਇਸ ਕਰਕੇ ਕਵੀ ਭਾਈ ਸੰਤੋਖ ਸਿੰਘ ਜੀ ਨੇ ਥੋੜਾ ਜਿਹਾ ਪਿਛੋਕੜ ਪਿੱਛੇ ਸ਼ੁਰੂ ਕੀਤਾ ਵੀ ਭਾਈ ਰੂਪਾ ਕੌਣ ਸੀ। ਉਹ ਭਾਈ ਸਾਧੂ ਦਾ ਪੁੱਤਰ ਸੀ, ਛੇਵੇਂ ਪਾਤਸ਼ਾਹ ਦੇ ਸਿੱਖ ਸੀ, ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਦੀ ਸੇਵਾ ਕਰਕੇ ਖੁਸ਼ੀਆਂ ਲਈਆਂ। ਤੇ ਭਾਈ ਰੂਪੇ ਦੀ ਫਿਰ ਕੁੱਲ ਅੱਗੇ ਵਧੀ, ਤੇ ਭਾਈ ਰੂਪੇ ਦੇ ਇਹ ਦੋਵੇਂ ਪੋਤਰੇ ਸਨ ਜਿਨ੍ਹਾਂ ਦਾ ਅੱਗੇ ਨਾਮ ਆਵੇਗਾ। ਉਹਨਾਂ ਨੇ ਗੁਰੂ ਸਾਹਿਬ ਜੀ ਦਾ ਇਧਰਲੇ ਪਾਸੇ ਮਾਲਵੇ ਵਿੱਚ ਆਉਣਾ ਸੁਣਿਆ ਹੈ ਵੀ ਬਹੁਤ ਵੱਡਾ ਜੰਗ ਕਰਕੇ ਗੁਰੂ ਗੋਬਿੰਦ ਸਿੰਘ ਜੀ ਆਏ ਹਨ। ਉਹਨਾਂ ਸੁਣਿਆ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਡੇ ਸਤਿਗੁਰਾਂ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਪਰਲੋਕ ਚਲੇ ਗਏ ਹਨ। ਵੱਡੇ ਦੋਵੇਂ ਜੰਗ ਕਰਕੇ, ਜੰਗ ਦੇ ਮੈਦਾਨ ਵਿੱਚ ਵੀਰ ਰਸ ਨਾਲ ਜੰਗ ਕਰਕੇ ਸ਼ਹੀਦ ਹੋਏ ਆ, ਤੇ ਛੋਟੇ ਉਹ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਦਿਆਂ ਹੋਇਆਂ ਨੀਹਾਂ ਵਿੱਚ ਖਲੋ ਕੇ ਸ਼ਹੀਦ ਹੋ ਗਏ। ਚਾਰੇ ਗੁਰੂ ਕੇ ਸੁਪੁੱਤਰ ਸਾਹਿਬਜ਼ਾਦੇ ਪਰਲੋਕ ਪਧਾਰ ਗਏ ਹਨ। ਇਹ ਭਾਈ ਰੂਪੇ ਦੇ ਦੋਵੇਂ ਪੋਤਰੇ ਬਹੁਤ ਹੈਰਾਨ ਹੋਏ ਮਨ ਦੇ ਵਿੱਚ, ਕਹਿੰਦੇ ਇਹ ਤੇ ਬੜਾ ਗਜਬ ਗੁਜ਼ਰ ਗਿਆ ਹੈ, ਸਾਡੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ।
ਚੌਹਾਂ ਵਿੱਚੋਂ ਇੱਕ ਵੀ ਨਹੀਂ ਰਿਹਾ ਹੈ, ਚਾਰੇ ਦੇ ਚਾਰੇ ਸ਼ਹੀਦ ਹੋ ਗਏ ਆ। ਇਹ ਤਾਂ ਬੜਾ ਗਜਬ ਗੁਜਰਿਆ, ਇਹ ਤਾਂ ਬਹੁਤ ਕਹਿਰ ਵਰਤਿਆ ਹੈ। ਪਰਮ ਸਿੰਘ ਅਰ ਧਰਮ ਸਿੰਘ ਵੱਡ ਭਗਤ ਦੀਵਾਨੇ। ਹੁਣ ਦੱਸਿਆ ਭਾਈ ਸਾਹਿਬ ਨੇ ਨਾਮ ਕਿ ਕੀ ਸੀ ਇਹਨਾਂ ਦਾ ਨਾਮ। ਭਾਈ ਰੂਪੇ ਦੇ ਪੋਤਰਿਆਂ ਦਾ ਕੀ ਨਾਮ ਸੀ? ਕਹਿੰਦੇ ਇੱਕ ਦਾ ਨਾਮ ਸੀ ਭਾਈ ਪਰਮ ਸਿੰਘ ਤੇ ਦੂਜੇ ਦਾ ਨਾਮ ਸੀ ਭਾਈ ਧਰਮ ਸਿੰਘ। ਇਹ ਪਰਮ ਸਿੰਘ ਤੇ ਧਰਮ ਸਿੰਘ ਵੱਡ ਭਗਤੀ ਵਾਣੇ, ਵੱਡੇ ਭਗਤੀ ਵਾਲੇ ਭਾਈ ਰੂਪੇ ਦੇ ਪੋਤਰੇ ਸਨ। ਇਹ ਦਰਸ਼ਨ ਕਰਨ ਵਾਸਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਦਾਰ ਕਰਨ ਵਾਸਤੇ ਤਿਆਰ ਹੋਏ। ਇਹਨਾਂ ਨੇ ਨਗਰ ਦੇ ਵਿੱਚੋਂ ਹੋਰ ਵੀ ਸਿੱਖਾਂ ਨੂੰ ਨਾਲ ਲਿਆ ਹੈ ਤੇ ਇਹ ਆਪਣੇ ਮੁਖ ਤੋਂ ਸ਼ਬਦ ਗਾਉਂਦੇ ਹੋਏ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਦੀਨੇਵਾਲ ਨੂੰ ਆਏ। ਤਾਂ ਕਹਿੰਦੇ ਵੀ ਹੋਰ ਸਿੱਖਾਂ ਨੂੰ ਨਾਲ ਲੈ ਕਰਕੇ ਤੇ ਵਾਰੀ-ਵਾਰੀ ਸ਼ਬਦ ਪੜ੍ਹਦੇ, ਜੋਟੀਆਂ ਦੇ ਰੂਪ ਵਿੱਚ ਸ਼ਬਦ ਪੜ੍ਹਦੇ ਵੀ ਅੱਗੇ ਪਿੱਛੇ ਸਿੱਖ ਸ਼ਬਦ ਪੜ੍ਹਦੇ ਆਉਂਦੇ ਹਨ। ਦੋ ਦੋ ਸਿੱਖ ਅੱਗੇ ਬੋਲਦੇ, ਬਾਕੀ ਸੰਗਤਾਂ ਪਿੱਛੇ ਬੋਲਦੀਆਂ। ਇਸ ਤਰੀਕੇ ਨਾਲ ਵਾਰੀ-ਵਾਰੀ ਬਾਣੀ ਪੜ੍ਹਦੇ ਆ ਰਹੇ ਹਨ। ਸਾਰਾ ਰਸਤਾ ਤੈਅ ਕਰਕੇ ਉਸ ਥਾਂ ਤੇ ਆ ਪਹੁੰਚੇ। ਬੜਾ ਪ੍ਰੇਮ ਵਧਾ ਕੇ ਉੱਚੀ ਧੁਨ ਦੇ ਨਾਲ ਸ਼ਬਦ ਗਾਉਂਦੇ ਹੋਏ ਉਸ ਜਗ੍ਹਾ ਤੇ ਪਹੁੰਚੇ ਹਨ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੋਭਾ ਪਾ ਰਹੇ। ਸਤਿਗੁਰੂ ਜੀ ਦੇ ਸੋਹਣੇ ਚਰਨਾਂ ਕਮਲਾਂ ਨੂੰ ਵੇਖ ਕਰਕੇ, ਦਰਸ਼ਨ ਕਰਕੇ ਚਰਨਾਂ ਦੇ ਨਾਲ ਲਪਟੇ ਹਨ, ਚਰਨਾਂ ਉੱਤੇ ਨਮਸਕਾਰ ਕੀਤੀ ਹੈ। ਭਾਈ ਪਰਮ ਸਿੰਘ ਤੇ ਧਰਮ ਸਿੰਘ, ਇਹਨਾਂ ਦੋਨਾਂ ਗੁਰੂ ਕੇ ਪਿਆਰੇ ਸਿੱਖਾਂ ਦੇ ਨੇਤਰਾਂ ਦੇ ਵਿੱਚੋਂ ਬਹੁਤ ਪਾਣੀ ਵਗ ਰਿਹਾ ਹੈ ਤੇ ਗਲਾ ਬਹੁਤ ਭਰਿਆ ਹੋਇਆ ਹੈ ਵੀ ਸਾਡੇ ਸਤਿਗੁਰੂ ਜੀ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਇਸ ਤਰ੍ਹਾਂ ਬੜੇ ਵੈਰਾਗ ਦੇ ਵਿੱਚ ਹਨ। ਤਾਂ ਸਤਿਗੁਰੂ ਜੀ ਦੇ ਪਹਿਨਣ ਵਾਸਤੇ ਇਹਨਾਂ ਨੇ ਸੋਹਣੀ ਪੋਸ਼ਾਕ ਵੀ ਬਣਾ ਕੇ ਲਿਆਂਦੀ ਹੈ। ਤਾਂ ਇਹ ਚਿੱਟੇ ਰੰਗ ਦਾ ਚੋਲਾ ਤਿਆਰ ਕਰਕੇ ਲਿਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਸਤੇ। ਚਿੱਟੇ ਰੰਗ ਦਾ ਸੇਤ ਬਸਤਰ, ਸੂਖਮ ਬਹੁਤ ਬਰੀਕ ਜਿਹਾ ਬਣਿਆ ਹੋਇਆ, ਉਹ ਇਹਨਾਂ ਨੇ ਮਹਾਰਾਜ ਸਾਹਿਬ ਜੀ ਦੇ ਅੱਗੇ ਭੇਟਾ ਕੀਤਾ ਹੈ। ਤਾਂ ਇੱਕ ਇਹਨਾਂ ਨੇ ਤੁਰੰਗਮ ਜੋ ਘੋੜੀ ਹੈ ਉਹ ਮਹਾਰਾਜ ਸਾਹਿਬ ਜੀ ਦੀ ਸੇਵਾ ਵਿੱਚ ਲਿਆਂਦੀ ਹੈ, ਬੜੀ ਜਿਹੜੀ ਚੰਚਲ ਹੈ। ਤੇ ਕੁਝ ਉਹ ਬਸਤਰ ਦੇ ਉੱਤੇ ਧਨ ਰੱਖ ਕੇ, ਰੁਪਈਏ ਰੱਖ ਕੇ ਵੀ ਭੇਟ ਕੀਤੇ ਹਨ। ਇਸ ਤੋਂ ਆਦਿਕ ਸਾਰੀਆਂ ਭੇਟਾਂ ਮਹਾਰਾਜ ਨੂੰ ਅਰਪਣ ਕਰਕੇ ਤੇ ਫਿਰ ਜਿੱਥੇ ਬਾਕੀ ਸੰਗਤ ਬੈਠੀ ਉੱਥੇ ਵੀ ਬੈਠ ਗਏ ਹਨ। ਇਹ ਬਹੁਤ ਦੁਖੀ ਹੋਏ ਹਨ, ਬਹੁਤ ਜ਼ਿਆਦਾ ਇਹਨਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦੁੱਖ ਮੰਨਿਆ ਹੈ। ਇਸ ਕਰਕੇ ਬਹੁਤ ਵੈਰਾਗ ਵਿੱਚ ਇਹਨਾਂ ਨੇ ਰੁਦਨ ਕੀਤਾ ਹੈ ਤੇ ਨਾਲੇ ਬੇਨਤੀ ਕਰਦੇ ਵੀ ਸਤਿਗੁਰੂ ਜੀ ਆਪ ਜੀ ਨੇ ਕੀ ਵੱਡਾ ਸਵਾਂਗ ਰੰਭਿਆ ਹੋਇਆ, ਇਹ ਆਪ ਜੀ ਨੇ ਕੀ ਕੌਤਕ ਆਰੰਭਿਆ ਹੋਇਆ ਹੈ। ਭਾਵ ਇਹਨਾਂ ਦਾ ਇਹ ਵੀ ਮਹਾਰਾਜ ਇਹ ਵੱਡਾ ਸਵਾਂਗ ਆਪ ਜੀ ਨੇ ਕੀ ਧਾਰਿਆ ਵੀ ਇੰਨੇ ਸਮਰੱਥ ਹੋ ਕਰਕੇ ਇੰਨੇ ਕਸ਼ਟ ਆਪ ਜੀ ਨੇ ਸਹਾਰੇ ਹਨ। ਇਹ ਕੀ ਭਾਣੇ ਵਰਤਦੇ ਪਏ ਹਨ ਵੀ ਆਪ ਜੀ ਦੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ। ਇਹ ਬਹੁਤ ਹੀ ਅਚੰਭੇ ਵਾਲੀ ਗੱਲ ਹੈ, ਬਹੁਤ ਹੀ ਹੈਰਾਨ ਹੋਣ ਵਾਲੀ ਗੱਲ ਹੈ ਕਿ ਤੁਸੀਂ ਇੰਨੇ ਸਮਰੱਥ ਹੋ ਕਰਕੇ ਮਹਾਰਾਜ ਆਨੰਦਪੁਰ ਸਾਹਿਬ ਸਾਰਾ ਉਹ ਵੀ ਖੇਰੂ ਹੋ ਗਿਆ ਹੈ। ਸਭ ਸਾਜੋ ਸਮਾਨ ਜਿਹੜਾ ਹੈ ਉਹ ਆਪ ਜੀ ਛੱਡ ਕਰਕੇ ਆਏ ਹੋ। ਸਾਰਾ ਪਰਿਵਾਰ ਗਰੀਬ ਨਵਾਜ ਸਾਹਿਬ ਆਪ ਜੀ ਦਾ ਸ਼ਹੀਦ ਹੋ ਗਿਆ ਹੈ। ਇਹ ਆਪ ਜੀ ਨੇ ਕੀ ਸਵਾਂਗ ਆਰੰਭਿਆ ਹੋਇਆ, ਇਹ ਆਪ ਜੀ ਦਾ ਕੀ ਕੌਤਕ ਹੈ। ਅਸੀਂ ਬਹੁਤ ਹੈਰਾਨ ਹਾਂ। ਨਾਲੇ ਤਾਂ ਰੁਦਨ ਕਰਦੇ ਆ
ਬੜਾ ਬੈਰਾਗ ਹੈ, ਅੱਖਾਂ 'ਚੋਂ ਇਹਨਾਂ ਦੇ ਅਥਰੂ ਕਿਰ ਰਹੇ ਹਨ, ਗਲਾ ਭਰਿਆ ਹੋਇਆ, ਨਾਲੇ ਬੇਨਤੀ ਕਰ ਰਹੇ ਪਰਮ ਸਿੰਘ ਤੇ ਧਰਮ ਸਿੰਘ ਕਿ ਹੇ ਪ੍ਰਭੂ ਜੀ, ਆਪ ਜੀ ਦੇ ਜੋ ਮਹਾਨ ਸੁਪੁੱਤਰ ਸੀ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਦਾ ਸਰੀਰ ਬੜਾ ਸੁੰਦਰ ਸੀ, ਜਿਨ੍ਹਾਂ ਦੇ ਤਨ ਬਹੁਤ ਹੀ ਜ਼ਿਆਦਾ ਸੋਹਣੇ ਸੀ, ਸਭ ਜਪ ਦਾਨ ਅਨੇਕ ਤੇ ਅਸ ਪਾਏ ਨਾ ਕੋਏ। ਮਹਾਰਾਜ ਸੰਸਾਰ ਦਾ ਜੀਵ ਕਿੰਨਾ ਵੀ ਕੋਈ ਤਪ ਕਰ ਲਵੇ, ਕਿੰਨਾ ਵੀ ਕੋਈ ਜਪ ਕਰ ਲਵੇ, ਕਿੰਨਾ ਵੀ ਕੋਈ ਦਾਨ ਕਰ ਲਵੇ, ਅਨੇਕਾਂ ਕਰ ਲਵੇ ਐਸੇ ਸਾਧਨ, ਪਰ ਇਸ ਤਰ੍ਹਾਂ ਦੇ ਪੁੱਤਰ ਉਹਨੂੰ ਪ੍ਰਾਪਤ ਨਹੀਂ ਹੋ ਸਕਦੇ ਜਿਸ ਤਰ੍ਹਾਂ ਦੇ ਮਹਾਰਾਜ ਆਪ ਜੀ ਦੇ ਸਾਹਿਬਜ਼ਾਦੇ ਸੀ। ਬਹੁਤ ਜ਼ਿਆਦਾ ਸੁੰਦਰ ਸਰੀਰ ਸੀ ਸਾਹਿਬਜ਼ਾਦਿਆਂ ਦੇ, ਸਾਧ ਸੰਗਤ ਜੀ। ਨਾਲੇ ਹੁਣ ਵੀ ਕਿਉਂ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦੇ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਸੁੰਦਰਤਾ ਦਾ ਜਦੋਂ ਜ਼ਿਕਰ ਕੀਤਾ ਇਤਿਹਾਸਕਾਰਾਂ ਨੇ, ਤੇ ਉਹਨਾਂ ਨੇ ਆਖਿਆ ਵੀ ਸਾਡੀ ਸਮਝ ਤੋਂ ਪਰੇ ਇਹਦੀ ਸੁੰਦਰਤਾ ਸੀ ਗੁਰੂ ਕਲਗੀਧਰ ਪਾਤਸ਼ਾਹ ਦੀ। ਭਾਈ ਸੰਤੋਖ ਸਿੰਘ ਜੀ ਤੇ ਜਿੱਥੇ ਮਹਾਰਾਜ ਦੀ ਸੁੰਦਰਤਾ ਦਾ ਜ਼ਿਕਰ ਕਰਦੇ ਆ, ਭਾਵੇਂ ਉਹਨਾਂ ਨੇ ਸਾਰੇ ਸਰੂਪ ਦਾ ਵੀ ਕਥਨ ਕੀਤਾ ਵਾ, ਥਾਵਾਂ ਥਾਵਾਂ ਤੇ ਕਲਗੀ ਦਾ ਜ਼ਿਕਰ ਕੀਤਾ, ਚਿਹਰੇ ਦਾ ਜ਼ਿਕਰ ਕੀਤਾ, ਗੁਰੂ ਸਾਹਿਬ ਜੀ ਦੇ ਭੁਜਾਵਾਂ ਦਾ ਜ਼ਿਕਰ ਕੀਤਾ, ਪਰ ਜ਼ਿਆਦਾ ਚਰਨਾਂ ਦਾ ਜ਼ਿਕਰ ਕੀਤਾ ਭਾਈ ਸਾਹਿਬ ਨੇ। ਤੇ ਚਰਨਾਂ ਦੀ ਸੋਭਾ ਕਰਦਿਆਂ ਕਰਦਿਆਂ ਕਿਤੇ ਕਵਲ ਫੁੱਲ ਨਾਲ ਸੋਭਾ ਦਿੰਦੇ ਆ, ਕਿਤੇ ਚਰਨਾਂ ਦੇ ਨਹੁੰਆਂ ਨੂੰ ਹੀਰਿਆਂ ਦੇ ਨਾਲ, ਮੋਤੀਆਂ ਦੇ ਨਾਲ ਸੋਭਾ ਦਿੰਦੇ ਆ, ਤੇ ਫੇਰ ਕਹਿੰਦੇ ਵੀ ਮੈਨੂੰ ਇਹ ਚੀਜ਼ਾਂ ਲੱਭਦੀਆਂ ਸੋਭਾ ਵਾਸਤੇ ਤੇ ਇਹਨਾਂ ਨਾਲ ਸੋਭਾ ਦੇਣਾ ਵਾ, ਪਰ ਕਮਲ ਫੁੱਲ ਵੀ ਨਹੀਂ ਮਹਾਰਾਜ ਦੇ ਚਰਨਾਂ ਦੇ ਬਰਾਬਰ, ਹੀਰੇ ਮੋਤੀ ਵੀ ਮਹਾਰਾਜ ਦੇ ਚਰਨਾਂ ਦੇ ਬਰਾਬਰ ਕਹਿੰਦੇ ਨਹੀਂ ਤੁਲ ਸਕਦੇ, ਪਰ ਇਹ ਚੀਜ਼ਾਂ ਕਹਿੰਦੇ ਸੰਸਾਰ 'ਚ ਕੀਮਤੀ ਮੰਨੀਆਂ ਜਾਂਦੀਆਂ, ਤਾਂ ਮੈਂ ਇਹਨਾਂ ਨਾਲ ਸੋਭਾ ਦੇਣਾ। ਤੇ ਕਈਆਂ ਗੁਰਮੁਖਾਂ ਨੇ ਐਸਾ ਲਿਖਿਆ, ਉਹ ਕਹਿੰਦੇ ਕਿਉਂਕਿ ਉਹ ਮਹਾਰਾਜ ਦੀ ਸੋਭਾ ਤੇ ਕੀਤੀ ਇਸ ਤਰੀਕੇ ਨਾਲ, ਉਂਝ ਤਾਂ ਗੁਰੂ ਕੀ ਸੋਭਾ ਹੋ ਹੀ ਨਹੀਂ ਸਕਦੀ ਅੱਖਰਾਂ ਦੇ ਵਿੱਚ, ਅੱਖਰ ਮੁੱਕ ਜਾਣਗੇ, ਸ਼ਾਹੀ ਮੁੱਕ ਜਾਵੇਗੀ, ਕਾਗਜ਼ ਕਲਮ ਮੁੱਕ ਜਾਵੇਗਾ, ਗੁਰੂ ਕੀਆਂ ਸਿਫਤਾਂ ਨਹੀਂ ਹੋ ਸਕਦੀਆਂ। ਗੁਰੂ ਕੀ ਸੋਭਾ ਕਿਵੇਂ ਕੋਈ ਅੱਖਰਾਂ 'ਚ ਬਿਆਨ ਕਰ ਸਕਦਾ? ਗੁਰੂ ਤਾਂ ਪਰਮੇਸ਼ਰ ਦਾ ਸਰਗੁਣ ਸਰੂਪ ਹੈ, ਪਰ ਹਰੇਕ ਨੇ ਆਪਣੀ ਭਾਵਨਾ ਭੇਟ ਕਰਦਿਆਂ ਹੋਇਆਂ, ਸ਼ਰਧਾ ਭੇਟ ਕਰਦਿਆਂ ਹੋਇਆਂ, ਕਈਆਂ ਨੇ ਆਖਿਆ ਪਰਮੇਸ਼ਰ ਦੀ ਸਾਰੀ ਕਲਾ ਇਕੱਠੀ ਹੋਈ, ਸਾਰੀ ਸ਼ਕਤੀ ਇਕੱਠੀ ਹੋਈ, ਸਾਰੀ ਸੁੰਦਰਤਾ ਇਕੱਠੀ ਹੋਈ, ਤੇ ਫਿਰ ਬਣੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਪਰਮੇਸ਼ਰ ਦੀ ਸਾਰੀ ਸ਼ਕਤੀ ਇੱਕ ਥਾਂ ਤੇ ਇਕੱਠੀ ਹੋਈ, ਸਾਰੀ ਸੁੰਦਰਤਾ ਇੱਕ ਥਾਂ ਤੇ ਇਕੱਠੀ ਹੋਈ, ਸਾਰਾ ਗਿਆਨ ਵਿਗਿਆਨ ਇੱਕ ਥਾਂ ਤੇ ਇਕੱਠਾ ਹੋਇਆ, ਤੇ ਕਹਿੰਦੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਬਣੇ। ਇਹ ਉਹਨਾਂ ਦੀ ਆਪਣੀ ਭਾਵਨਾ, ਇਸ ਤਰ੍ਹਾਂ ਕਥਨ ਕੀਤਾ ਉਹਨਾਂ ਨੇ। ਤੇ ਐਸੇ ਗੁਰੂ ਸਾਹਿਬ ਜੀ ਦੇ ਜੋ ਸਾਹਿਬਜ਼ਾਦੇ ਹਨ ਸਾਧ ਸੰਗਤ ਜੀ, ਉਹ ਕਿਉਂ ਨਾ ਸੁੰਦਰ ਹੋਣ? ਇਹ ਪਰਮ ਸਿੰਘ ਤੇ ਧਰਮ ਸਿੰਘ ਕਹਿ ਰਹੇ ਮਹਾਰਾਜ ਆਪ ਜੀ ਦੇ ਸਾਹਿਬਜ਼ਾਦੇ ਇੰਨੇ ਸੋਹਣੇ ਸੀ ਕਿ ਅਨੇਕਾਂ ਕੋਈ ਜਪ ਵੀ ਕਰੇ, ਤਪ ਵੀ ਕਰੇ, ਦਾਨ ਵੀ ਕਰੇ, ਪਰ ਇਸ ਤਰ੍ਹਾਂ ਦੇ ਪੁੱਤਰ ਉਹਨੂੰ ਪ੍ਰਾਪਤ ਨਹੀਂ ਹੋ ਸਕਦੇ। ਤੇ ਮਹਾਰਾਜ ਆਪ ਜੀ ਦੇ ਪੁੱਤਰਾਂ ਨੇ ਕੋਈ ਆਰ ਬਲਾ ਨਹੀਂ ਭੋਗੀ ਸੰਸਾਰ ਦੇ ਵਿੱਚ। ਛੋਟੀ ਉਮਰ ਦੇ ਵਿੱਚ ਹੀ ਮਹਾਰਾਜ ਪਰਲੋਕ ਗਮਨ ਕਰ ਗਏ ਆਪ ਜੀ ਦੇ ਸਾਹਮਣੇ ਹੀ, ਕਿਉਂਕਿ ਸੰਸਾਰ ਦੇ ਵਿੱਚ ਇਸ ਗੱਲ ਨੂੰ ਬੜਾ ਬੁਰਾ ਮੰਨਿਆ ਜਾਂਦਾ ਵੀ ਪਿਤਾ ਜਿਉਂਦੇ ਹੋਣ ਤੇ ਪੁੱਤਰ ਜਿਹੜਾ ਉਹ ਚੜ੍ਹਾਈ ਕਰ ਜਾਵੇ। ਆਮ ਆਪਣੇ ਸਮਾਜ ਦੇ ਵਿੱਚ, ਸੰਸਾਰ ਦੇ ਵਿੱਚ ਇਸ ਗੱਲ ਨੂੰ ਬਹੁਤ ਦੁੱਖ ਦਾ ਮੰਨਿਆ ਜਾਂਦਾ। ਉਹ ਕਹਿੰਦੇ ਮਹਾਰਾਜ ਵੀ ਆਪ ਜੀ ਦੇ ਸਾਹਮਣੇ ਕੋਈ ਪੁੱਤਰਾਂ ਨੇ ਹਲੇ ਉਮਰ ਵੀ ਨਹੀਂ ਸੀ ਭੋਗੀ, ਤੇ ਆਪ ਜੀ ਦੇ ਸਾਹਮਣੇ ਹੀ ਉਹ ਮਿਰਤੂ ਨੂੰ ਪ੍ਰਾਪਤ ਹੋ ਗਏ। ਮਹਾਰਾਜ ਜਿਸ ਵੇਲੇ ਸਾਹਿਬਜ਼ਾਦੇ ਸੋਹਣੇ ਵਸਤਰ ਪਹਿਨਦੇ ਸੀ, ਚੋਲੇ ਪਹਿਨਦੇ ਸਨ, ਦਮਾਲੇ ਸਜਾਉਂਦੇ ਸੀ, ਤੇ ਜਿਸ ਵੇਲੇ ਉਹਨਾਂ ਨੇ ਸ਼ਸਤਰਾਂ ਰੂਪੀ ਗਹਿਣੇ ਪਹਿਨਦੇ ਹੁੰਦੇ ਸੀ, ਤੇ ਸਾਰਿਆਂ ਨੂੰ ਬੜੇ ਪਿਆਰੇ ਲੱਗਦੇ ਸੀ, ਬੜੀ ਸੋਭਾ ਬਣਦੀ ਸੀ, ਬਹੁਤ ਚਮਕ ਦਮਕ ਬਣਦੀ ਸੀ ਆਪ ਜੀ ਦੇ ਪੁੱਤਰਾਂ ਦੀ। ਜਿੱਥੇ ਆਪ ਜੀ ਦੇ ਐਸੇ ਸਾਹਿਬਜ਼ਾਦੇ ਮਹਾਰਾਜ ਸ਼ਹੀਦ ਹੋਏ, ਉੱਥੇ ਕਰੋੜਾਂ ਰੁਪਈਏ ਸੀ ਆਪ ਜੀ ਦੇ ਪਾਸ, ਕਰੋੜਾਂ ਰੁਪਈਆਂ ਦਾ ਸੋਨਾ,
ਤੇ ਚਾਂਦੀ ਤੇ ਹੋਰ ਸ਼ਸਤਰ ਤੇ ਖਜ਼ਾਨਾ ਹੈ ਸੀ। ਹਾਰ ਪ੍ਰਸਾਦੀ ਗਏ ਬੜੇ ਜਨ ਮੋਲ ਮਹਾਨਾ। ਫਿਰ ਪ੍ਰਸ਼ਾਦੀ ਹਾਥੀ ਤੋਂ ਆਦ ਇੱਕ ਹੋਰ ਬਹੁਤ ਕੁਝ ਸੀਗਾ। ਬੜੇ ਬੜੇ ਹਾਥੀ ਸੀ, ਘੋੜੇ ਸੀ, ਜਿਨ੍ਹਾਂ ਦਾ ਮਹਾਨ ਹੀ ਮੁੱਲ ਸੀ। ਹਰੇ ਹਜ਼ਾਰੋਂ ਹੈ ਕਰੇ ਬੜ ਕੀਮਤ ਵਾਲੀ। ਤੇ ਬਹੁਤ ਜ਼ਿਆਦੇ ਚੰਗੇ ਹਜ਼ਾਰਾਂ ਹੀ ਘੋੜੇ ਖਲੋਤੇ ਸੀ ਆਪ ਜੀ ਦੇ ਪਾਸ, ਜਿਨ੍ਹਾਂ ਦੀ ਬਹੁਤ ਜ਼ਿਆਦੀ ਵੱਡੀ ਕੀਮਤ ਹੈ ਸੀ। ਡਰ ਬਿਡਾਸੀ ਆਦ ਜੀ ਨੇ ਪਰੈ ਨਿਹਾਰੀ। ਮਹਾਰਾਜ ਉਹ ਸਾਰਾ ਕੁਝ ਹੀ ਸਮਾਪਤ ਹੋ ਗਿਆ। ਦਲ ਬਿਡਾਰ ਵਰਗੇ ਆਪ ਜੀ ਦੇ ਘੋੜੇ, ਇਹਦੇ ਤੋਂ ਆਦਿਕ ਹੋਰ ਉਹ ਸਾਰੇ ਕੋਈ ਕਿਸੇ ਪਾਸੇ ਮਹਾਰਾਜ ਦ੍ਰਿਸ਼ਟੀ ਨਹੀਂ ਆ ਰਹੇ, ਨਜ਼ਰ ਨਹੀਂ ਆ ਰਹੇ ਹਨ। ਅਨੰਦਪੁਰ ਸਾਹਿਬ ਦੀ ਧਰਤੀ ਤੇ ਅਨੇਕਾਂ ਹੀ ਮਹਾਰਾਜ ਆਪ ਜੀ ਦੇ ਪਾਸ ਧਨ ਦੌਲਤ ਸੀ, ਐਸਵਰਜ ਸੀ, ਵਿਭੂਤੀ ਸੀ। ਉਹ ਗਿਣਨ ਵਿੱਚ ਹੀ ਨਹੀਂ ਆ ਸਕਦੀ, ਉਹਦੀ ਗਿਣਤੀ ਨਹੀਂ ਹੋ ਸਕਦੀ। ਕਿੰਨਾ ਕੁ ਖਜ਼ਾਨਾ ਸੀ, ਕਿੰਨੀ ਕੁ ਦੌਲਤ ਸੀ ਆਪ ਜੀ ਦੇ ਪਾਸ। ਮਾਰੇ ਇੱਕੇ ਵਾਰੀ ਸਾਰਾ ਖਜ਼ਾਨਾ ਸਭ ਕੁਝ ਸਮਾਪਤ ਹੋ ਗਿਆ, ਕੁਝ ਵੀ ਦਿਸ ਨਹੀਂ ਰਿਹਾ ਹੈ। ਇਹ ਸ੍ਰੀ ਪ੍ਰਭੂ ਜੀ ਬਹੁਤ ਅਫਸੋਸ ਹੈ ਸਾਨੂੰ ਇਸ ਗੱਲ ਦਾ। ਆਪ ਜੀ ਦੇ ਸਿੱਖ ਵੇਖ ਕਰਕੇ ਦੁੱਖ ਪਾ ਰਹੇ ਹਨ। ਮਾਰੇ ਆਪ ਜੀ ਦੇ ਐਸੇ ਸਵਾਂਗ ਤੋਂ, ਜੋ ਐਸਾ ਸਵਾਂਗ ਆਪ ਜੀ ਨੇ ਰਚਿਆ ਹੋਇਆ ਹੈ, ਕਿਉਂ ਨਾ ਕੋਈ ਭਰਮੇਗਾ ਸਿੱਖ। ਸਿੱਖ ਤਾਂ ਜ਼ਰੂਰ ਭਰਮਣਗੇ ਐਸੇ ਸਵਾਂਗ ਤੋਂ। ਸਿੱਖਾਂ ਦੇ ਮਨ ਵਿੱਚ ਮਹਾਰਾਜ ਸ਼ੰਕਾ ਪੈਦਾ ਹੋਵੇਗਾ। ਸਾਡੇ ਮਨ ਵਿੱਚ ਵੀ ਸ਼ੰਕਾ ਪੈਦਾ ਹੋ ਰਿਹਾ ਹੈ। ਸਿੱਖਾਂ ਦੇ ਮਨ ਵਿੱਚ ਸ਼ੰਕਾ ਪੈਦਾ ਹੋਵੇਗਾ ਕਿ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਸਮਰੱਥਾ ਨਹੀਂ ਹੈ? ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਸਾਰਾ ਖਜ਼ਾਨਾ ਕਿਉਂ ਲੁੱਟਿਆ ਗਿਆ? ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਆਨੰਦਪੁਰ ਸਾਹਿਬ ਸਾਰਾ ਤਿਆਗ ਦਿੱਤਾ, ਇੱਕ ਤਰ੍ਹਾਂ ਨਾਲ ਉੱਜੜ ਗਿਆ। ਪੁੱਤਰ ਸ਼ਹੀਦ ਹੋ ਗਏ, ਗੁਰੂ ਗੋਬਿੰਦ ਸਿੰਘ ਜੀ ਕਿਉਂ ਨਹੀਂ ਬਚਾ ਸਕੇ? ਸਿੱਖ ਸ਼ਹੀਦ ਹੋ ਗਏ। ਮਹਾਰਾਜ ਇਹ ਆਪ ਜੀ ਨੇ ਐਸਾ ਸਵਾਂਗ ਕਿਵੇਂ ਰਚਿਆ ਹੋਇਆ? ਇਸ ਕਰਕੇ ਇਸ ਸਵਾਂਗ ਤੋਂ ਸਿੱਖ ਕਿਉਂ ਨਹੀਂ ਭਰਮਣਗੇ? ਸਿੱਖ ਤਾਂ ਜ਼ਰੂਰ ਭੁਲੇਖਾ ਖਾਣਗੇ। ਕਿਉਂਕਿ ਆਪਣੇ ਦੁੱਖ ਨੂੰ ਇਸ ਤਰੀਕੇ ਨਾਲ ਰੋ ਕੇ ਬੇਨਤੀਆਂ ਕਰ ਰਹੇ ਸਨ। ਪਰਮ ਸਿੰਘ ਤੇ ਧਰਮ ਸਿੰਘ ਭਾਈ ਰੂਪੇ ਦੇ ਪੋਤਰੇ ਤੇ ਸੋਭਾ ਵਾਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੇਖਿਆ ਕਿ ਇਹ ਤਾਂ ਬਹੁਤ ਦੁਖੀ ਹੋਏ ਪਏ, ਬਹੁਤ ਜ਼ਿਆਦਾ ਦੁੱਖ ਨਾਲ ਬੇਨਤੀਆਂ ਕਰ ਰਹੇ ਆ। ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਜਗਤ ਗਰੀਬ ਨਵਾਜ ਫਿਰ ਉਪਦੇਸ਼ ਦੇਣ ਲੱਗੇ ਭਾਈ ਪਰਮ ਸਿੰਘ ਨੂੰ, ਧਰਮ ਸਿੰਘ ਨੂੰ ਤੇ ਉਹਨਾਂ ਦੇ ਨਾਲ ਆਈ ਹੋਈ ਸਾਰੀ ਸੰਗਤ ਨੂੰ, ਬਾਕੀ ਜਿੰਨੀ ਦੀਨੇ ਦੀ ਸੰਗਤ ਬੈਠੀ ਹੋਈ ਮਹਾਰਾਜ ਦੇ ਚਰਨਾਂ 'ਚ। ਤੇ ਮੁਖਾਤਬ ਹੋ ਰਹੇ ਇਹਨਾਂ ਦੋਨਾਂ ਭਰਾਵਾਂ ਨੂੰ, ਪਰਮ ਸਿੰਘ ਤੇ ਧਰਮ ਸਿੰਘ ਨੂੰ। ਇਹਨਾਂ ਨੇ ਬੇਨਤੀ ਕੀਤੀ ਨਾ ਮਹਾਰਾਜ। ਸਤਿਗੁਰੂ ਕਹਿਣ ਲੱਗੇ, ਗੁਰਸਿੱਖੋ, ਇਹ ਸੰਸਾਰ ਦੇ ਜਿੰਨੇ ਵੀ ਪਦਾਰਥ ਵਾ ਨਾ, ਇਹ ਸਾਰੇ ਛੇਤੀ ਨਾਸ ਹੋਣ ਵਾਲੇ। ਇਹ ਵੀ ਮਹਾਰਾਜ ਨੇ ਜਿਹੜਾ ਕੌਤਕ ਸਾਧ ਸੰਗਤ ਜੀ ਇਹ ਸਾਰਾ ਇਹ ਬੇਨਤੀ ਕਰ ਰਹੇ ਨਾ, ਆਪ ਜੀ ਨੇ ਕੀ ਸਵਾਂਗ ਰਚਿਆ। ਸਤਿਗੁਰੂ ਜੀ ਨੇ ਇਹਦੇ ਚੋਂ ਵੀ ਸਿੱਖਿਆ ਦਿੱਤੀ ਆ ਵੀ ਜਿੰਨਾ ਮਰਜ਼ੀ ਪਦਾਰਥ ਇਕੱਠਾ ਹੋ ਜਾਵੇ, ਉਹ ਇਨਸਾਨ ਨੇ ਛੱਡ ਕੇ ਹੀ ਜਾਣਾ। ਇਹਦੇ ਚੋਂ ਇਹ ਵੀ ਸਿੱਖਿਆ ਮਿਲਦੀ ਹੈ। ਲੱਖਾਂ ਕਰੋੜਾਂ ਜੋ ਮਰਜ਼ੀ ਹਾਥੀ ਘੋੜੇ ਜੋ ਕੁਝ ਮਰਜ਼ੀ ਹੋਵੇ, ਉਦੋਂ ਹਾਥੀ ਘੋੜੇ ਹੁੰਦੇ ਸੀ, ਅੱਜ ਕੱਲ ਗੱਡੀਆਂ। ਵੀ ਇਹ ਸਾਰਾ ਕੁਝ ਆਖਰ ਤਾਂ ਮਨੁੱਖ ਨੇ ਸਭ ਕੁਝ ਛੱਡ ਕੇ ਹੀ ਜਾਣਾ। ਕਈ ਵਾਰੀ ਜਿਉਂਦਿਆਂ ਛੱਡਿਆ ਜਾਂਦਾ ਹੈ, ਨਹੀਂ ਤੇ ਸਾਹ ਪੂਰੇ ਹੋਣ ਤੋਂ ਮਗਰੋਂ ਤੇ ਛੱਡ ਕੇ ਜਾਣਾ ਹੀ ਹੈ ਨਾ। ਤਾਂ ਗਰੀਬ ਨਵਾਜ ਕਹਿੰਦੇ ਜਿੰਨਾ ਇਹ ਜਗਤ ਦਾ ਪਦਾਰਥ ਹੈ, ਇਹਦੀ ਰੀਤ ਹੀ ਇਹ ਹੈ, ਇਹ ਛੇਤੀ ਨਾਸ ਹੋਣ ਵਾਲਾ ਹੈ। ਮਹਾਰਾਜ ਕਹਿੰਦੇ ਪਰਮ ਸਿੰਘ ਧਰਮ ਸਿੰਘ, ਜਿਹੜਾ ਪਦਾਰਥ ਹੈ ਨਾ, ਜਿਹੜਾ ਪੈਦਾ ਹੋਇਆ ਉਹਨੇ ਨਾਸ ਹੋਣਾ ਹੀ ਹੈ। ਇਹ ਸੰਸਾਰ ਵਿੱਚ ਕੋਈ ਵੀ ਵਸਤੂ ਸਦਾ ਰਹਿਣ ਵਾਲੀ ਨਹੀਂ। ਜੋ ਜੀਵ ਪੈਦਾ ਹੋਇਆ, ਜੋ ਪਦਾਰਥ ਪੈਦਾ ਹੋਇਆ, ਉਹਨੇ ਇੱਕ ਦਿਨ ਖਤਮ ਹੋਣਾ ਹੀ ਹੋਣਾ। ਤੇ ਭਾਵੇਂ ਅੱਗੇ ਆ ਤੇ ਪਿੱਛੇ, ਇਹਦੀ ਕਿਹੜੀ ਗੱਲ ਹੈ? ਅੱਗੇ ਹੋ ਗਿਆ ਜਾਂ ਪਿੱਛੇ ਹੋ ਗਿਆ। ਇਸੇ ਤਰ੍ਹਾਂ ਹੀ ਸਰੀਰ ਵਾ, ਸਰੀਰ ਜਿਹੜਾ ਪੈਦਾ ਹੋਇਆ ਉਹਨੇ ਨਾਸ ਹੋਣਾ ਵਾ, ਭਾਵੇਂ ਬਚਪਨ 'ਚ ਹੋ ਜਾਵੇ, ਭਾਵੇਂ ਜਵਾਨੀ 'ਚ ਹੋ ਜਾਵੇ,
ਬਿਰਧ ਅਵਸਥਾ 'ਚ ਫਿਰ ਅਕੀਰਤ ਹੀ ਹੋਣਾ ਹੀ ਹੈ ਨਾ। ਜੋ ਅੱਗੇ ਕਿਆ ਪਛ ਹੈ ਕਿ ਅੱਗੇ ਤੇ ਪਿੱਛੇ ਕੀ ਹੈ, ਜਿਹੜਾ ਪੈਦਾ ਹੋਇਆ ਉਹਨੇ ਬਿਨਸਨਹਾਰ ਨੇ ਬਿਨਸਣਾ ਹੀ ਹੈ। ਮਹਾਰਾਜ ਕਹਿੰਦੇ ਵੀ ਇਹ ਸਰੀਰਾਂ ਦੀ ਤੇ ਪਦਾਰਥਾਂ ਦੀ ਥਿਰਤਾ ਨਹੀਂ ਹੈ, ਸਦਾ ਵਾਸਤੇ ਨਹੀਂ ਰਹਿਣ ਵਾਲੇ। ਇਸ ਕਰਕੇ ਜਿਹੜੇ ਗਿਆਨੀ ਹਨ ਉਹ ਇਹਨਾਂ ਨੂੰ ਨਹੀਂ ਚਾਹੁੰਦੇ ਹਨ। ਜਿਹੜੇ ਗਿਆਨਵਾਨ ਵਾ ਉਹ ਆਪਣੇ ਅੰਦਰ ਦਾ ਲਗਾ ਸਰੀਰਾਂ ਨਾਲ ਤੇ ਪਦਾਰਥਾਂ ਨਾਲ ਨਹੀਂ ਲਾਉਂਦੇ। ਭਾਵੇਂ ਸਰੀਰਾਂ ਦੇ ਵਿੱਚ ਰਹਿੰਦੇ ਆ, ਪਰਿਵਾਰ ਦੇ ਵਿੱਚ ਰਹਿੰਦੇ ਆ, ਸੱਜਣਾ ਮਿੱਤਰਾਂ ਵਿੱਚ ਰਹਿੰਦੇ ਆ, ਸੰਗਤ ਦੇ ਵਿੱਚ ਰਹਿੰਦੇ ਆ, ਪਦਾਰਥਾਂ ਦੇ ਵਿੱਚ ਰਹਿੰਦੇ ਆ, ਲੱਖਾਂ ਕਰੋੜਾਂ ਵਿੱਚ ਰਹਿੰਦੇ ਆ, ਪਰ ਅੰਦਰ ਦਾ ਲਗਾ ਉਹਨਾਂ ਦਾ ਨਾਮ ਨਾਲ ਹੁੰਦਾ, ਸ਼ਬਦ ਨਾਲ ਹੁੰਦਾ, ਇਹਨਾਂ ਵਿੱਚ ਨਹੀਂ ਹੁੰਦਾ। ਕਿਉਂਕਿ ਉਹ ਗਿਆਨਵਾਨ ਪੁਰਸ਼ ਇਹ ਗੱਲ ਨੂੰ ਸਮਝਦੇ ਆ ਕਿ ਸਰੀਰ ਵੀ ਸਾਰੇ ਨਾਸਵਾਨ ਆ ਤੇ ਲੱਖਾਂ ਕਰੋੜਾਂ ਵੀ ਸਾਰੇ ਨਾਸਵਾਨ, ਇਹ ਸਭ ਕੁਝ ਖਤਮ ਹੋਣ ਵਾਲੇ। ਇਸ ਕਰਕੇ ਕਿਉਂ ਗਿਆਨੀ ਬੰਸ਼ ਹੈ। ਇੱਥੇ ਗਿਆਨੀ ਤੋਂ ਭਾਵ ਇਹ ਨਹੀਂ ਵੀ ਜਿਹੜਾ ਅੱਖਰਾਂ ਦਾ ਕਥਨ ਕਰਨ ਵਾਲਾ ਗਿਆਨੀ, ਜਿਹਨੂੰ ਗਿਆਨ ਹੈ ਗੁਰੂ ਸਾਹਿਬ ਜੀ ਦਾ ਬਖਸ਼ਿਆ ਹੋਇਆ, ਜਿਸ ਨੂੰ ਮਹਾਰਾਜ ਸਾਹਿਬ ਜੀ ਨੇ ਅਸਲ ਗਿਆਨ ਬਖਸ਼ ਦਿੱਤਾ ਵੀ ਪ੍ਰਮਾਤਮਾ ਹੀ ਸੱਤ ਹੈ, ਪ੍ਰਭੂ ਦਾ ਨਾਮ ਹੀ ਸੱਤ ਹੈ, ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ, ਵੀ ਉਸ ਵਾਹਿਗੁਰੂ ਤੋਂ ਬਿਨਾ ਤੁਧ ਬਾਝ ਕੂੜੋ ਕੂੜ, ਸਭ ਕੁਝ ਕੂੜ ਹੀ ਕੂੜ ਹੈ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ। ਜਿਸ ਨੂੰ ਮਹਾਰਾਜ ਨੇ ਬ੍ਰਹਮ ਗਿਆਨ ਬਖਸ਼ ਦਿੱਤਾ ਉਹ ਗਿਆਨੀ ਫਿਰ ਕਿਉਂ ਇੱਛਾ ਕਰੇ ਐਸੇ ਪਦਾਰਥ ਦੀ। ਮਹਾਰਾਜ ਕਹਿੰਦੇ ਇੱਕ ਸੰਸਾਰ ਦੇ ਵਿੱਚ ਸਰੀਰਾਂ ਦੇ ਵਿੱਚ ਉਹ ਜਿਹੜੀ ਪਰਮਾਤਮਾ ਦੀ ਆਤਮਾ ਰੂਪ ਸੱਤਾ ਹੈ ਨਾ, ਉਹ ਸਦਾ ਰਹਿਣ ਵਾਲੀ ਹੈ। ਉਹ ਆਤਮ ਸੱਤਾ ਪ੍ਰਭੂ ਦੀ ਸੱਤਾ ਹੀ ਸਦਾ ਰਹਿਣ ਵਾਲੀ ਹੈ, ਨਾ ਤੇ ਉਹ ਪੈਦਾ ਹੁੰਦੀ ਹੈ ਤੇ ਨਾ ਉਹ ਖਤਮ ਹੁੰਦੀ ਹੈ। ਸਰੀਰ ਦੇ ਜਨਮ ਹੋਣ ਦੇ ਨਾਲ ਆਤਮ ਸੱਤਾ ਪੈਦਾ ਨਹੀਂ ਹੁੰਦੀ ਤੇ ਸਰੀਰ ਦੇ ਮਰ ਜਾਣ ਦੇ ਨਾਲ ਆਤਮ ਸੱਤਾ ਮਰਦੀ ਨਹੀਂ ਹੈ। ਸਰੀਰ ਉਪਜਣ ਦੇ ਨਾਲ ਉਹ ਪ੍ਰਭੂ ਦੀ ਸੱਤਾ ਜਿਹੜੀ ਹੈ ਉਹ ਪੈਦਾ ਨਹੀਂ ਹੁੰਦੀ ਤੇ ਸਰੀਰ ਖਤਮ ਹੋਣ ਦੇ ਨਾਲ ਉਹ ਖਤਮ ਨਹੀਂ ਹੁੰਦੀ ਹੈ। ਇਸ ਕਰਕੇ ਜਿਹੜੇ ਆਤਮ ਗਿਆਨੀ ਹਨ ਜੀਵ, ਉਹ ਆਪਣੇ ਨਿਜ ਸਰੂਪ ਨੂੰ ਜਾਣ ਕੇ, ਉਸ ਸਰੂਪ ਨੂੰ ਜਾਣ ਕੇ ਜਿਹੜਾ ਪਰਮ ਪ੍ਰਕਾਸ਼ ਵਾਲਾ ਹੈ, ਪ੍ਰਭੂ ਜੋਤ ਹੈ, ਉਹਦੇ ਨਾਲ ਇਕਮਿਕ ਰਹਿੰਦੇ ਹਨ। ਉਹ ਪਦਾਰਥਾਂ ਦਾ ਤੇ ਸਰੀਰਾਂ ਦਾ ਮੋਹ ਨਹੀਂ ਕਰਦੇ, ਇਹਦੇ ਤੋਂ ਨਿਆਰੇ ਰਹਿੰਦੇ ਹਨ। ਇਸ ਕਰਕੇ ਭਾਈ ਪਰਮ ਸਿੰਘ ਧਰਮ ਸਿੰਘ ਇਹ ਕੂੜੇ ਝੂਠੇ ਪਦਾਰਥਾਂ ਦੇ ਬਿਨਸਨ ਕਰਕੇ ਉਹਨਾਂ ਨੂੰ ਕਦੀ ਸ਼ੋਕ ਨਹੀਂ ਹੁੰਦਾ। ਜੇ ਪਦਾਰਥ ਆ ਜਾਣ, ਸਰੀਰਾਂ ਦੀ ਪ੍ਰਾਪਤੀ ਹੋ ਜਾਵੇ ਤੇ ਉਹ ਹਰਖ ਨਹੀਂ ਕਰਦੇ ਹਨ। ਉਹ ਹਰਖ ਤੇ ਗਮ ਤੋਂ ਦੋਨਾਂ ਤੋਂ ਨਿਆਰੇ ਰਹਿੰਦੇ ਹਨ। ਪਦਾਰਥ ਦੀ ਪ੍ਰਾਪਤੀ ਹੋ ਜਾਵੇ ਤੇ ਬਹੁਤੀ ਖੁਸ਼ੀ ਨਹੀਂ ਉਹਨਾਂ ਨੂੰ ਹੈ, ਉਹ ਇੱਕ ਰਸ ਰਹਿੰਦੇ ਆ। ਫਿਰ ਵੀ ਪਦਾਰਥ ਦਾ ਵਿਛੋੜਾ ਪੈ ਜਾਵੇ ਤੇ ਉਹਨਾਂ ਨੂੰ ਸ਼ੋਕ ਨਹੀਂ ਪੈਦਾ ਹੁੰਦਾ ਹੈ। ਇਸ ਕਰਕੇ ਉਹਨਾਂ ਦੀ ਬਿਰਤੀ ਇੱਕ ਰਸ ਆਤਮ ਸਰੂਪ ਵਿੱਚ ਲੱਗੀ ਰਹਿੰਦੀ ਹੈ। ਉਹ ਪ੍ਰਭੂ ਨਾਮ ਨਾਲ ਲਿਵ ਲਾਈ ਰੱਖਦੇ ਹਨ। ਇਹਨਾਂ ਨੇ ਆਖਿਆ ਮਹਾਰਾਜ ਸਾਹਿਬਜ਼ਾਦੇ ਸ਼ਹੀਦ ਹੋ ਗਏ ਆ ਤੇ ਤੁਹਾਨੂੰ ਕੋਈ ਦੁੱਖ ਨਹੀਂ ਹੈ? ਤੁਹਾਡੇ ਚਾਰੇ ਪੁੱਤਰ ਚੌਹਾਂ ਚੋਂ ਇੱਕ ਵੀ ਨਹੀਂ ਹੈ, ਚਾਰੇ ਦੇ ਚਾਰੇ ਮਹਾਰਾਜ ਜੰਗ ਦੇ ਵਿੱਚ ਮੌਤ ਨੂੰ ਪ੍ਰਾਪਤ ਹੋ ਗਏ ਆ। ਦੋ ਜੰਗ ਵਿੱਚ ਸ਼ਹੀਦ ਹੋ ਗਏ, ਦੋ ਨੀਹਾਂ ਵਿੱਚ ਸਰਹੰਦ ਦੇ ਸੂਬੇ ਨੇ ਚਿਣ ਕੇ ਸ਼ਹੀਦ ਕਰ ਦਿੱਤੇ। ਤੁਹਾਨੂੰ ਦੁੱਖ ਨਹੀਂ ਹੈ ਇਸ ਵਿਛੋੜੇ ਦਾ? ਜਿਨ੍ਹਾਂ ਤੁਹਾਡੇ ਪੁੱਤਰਾਂ ਨੇ ਕੋਈ ਬਹੁਤੀਆਂ ਉਮਰਾਂ ਵੀ ਨਹੀਂ ਭੋਗੀਆਂ। ਤੇ ਸਤਿਗੁਰੂ ਕਹਿੰਦੇ ਪਰਮ ਸਿੰਘ ਧਰਮ ਸਿੰਘ ਇੱਥੇ ਧਰਤੀ ਤੇ ਲਕੀਰਾਂ ਖਿੱਚੋ ਭਾਈ, ਲਕੀਰਾਂ ਵਾਓ। ਇਹਨਾਂ ਨੇ ਲਕੀਰਾਂ ਖਿੱਚ ਦਿੱਤੀਆਂ। ਮਹਾਰਾਜ ਕਹਿੰਦੇ ਫਿਰ ਮੇਟ ਦਿਓ ਇਹਨਾਂ ਨੂੰ। ਆਗਿਆ ਮੰਨ ਕੇ ਮੇਟ ਦਿੱਤੀਆਂ। ਕਹਿੰਦੇ ਜਦੋਂ ਲਕੀਰਾਂ ਵਾਈਆਂ ਵਾ ਕੋਈ ਖੁਸ਼ੀ ਹੋਈ ਤੁਹਾਨੂੰ, ਕੋਈ ਲਾਭ ਹੋਇਆ? ਕਹਿੰਦੇ ਨਹੀਂ ਹੋਇਆ ਜੀ। ਕਹਿੰਦੇ ਜਦੋਂ ਮੇਟੀਆਂ ਉਦੋਂ ਕੋਈ ਦੁੱਖ ਹੋਇਆ, ਕੋਈ ਘਾਟਾ ਪਿਆ? ਕਹਿੰਦੇ ਨਹੀਂ। ਇਹ ਸਾਧ ਸੰਗਤ ਜੀ ਆਪਾਂ ਹੁਣ ਗੱਲ ਕਰ ਰਹੇ ਆ, ਸੁਣ ਰਹੇ ਆ ਵੀ ਲਕੀਰਾਂ ਵਾਉਣੀਆਂ ਜਾਂ ਲਕੀਰਾਂ ਮੇਟਣੀਆਂ, ਇਹਦੇ ਨਾਲ ਲਾਭ ਨਹੀਂ ਘਾਟਾ ਨਹੀਂ, ਪਰ ਇੱਥੇ ਬਿਰਤੀ ਪਹੁੰਚਣੀ ਏ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਰਪਾ ਕਰਨ ਤੇ ਤਾਂ ਪਹੁੰਚ ਸਕਦੀ ਹੈ। ਭਾਣਾ ਮੰਨਣਾ, ਜਿਸ ਨੂੰ ਮਹਾਰਾਜ ਨੇ ਆਖਿਆ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਲੇਖ ਨਿਕਾਰਹੁ ਮੇਟੀਐ, ਜਿਉ ਲਾਭ ਨਾ ਹਾਨਾ। ਜਿਵੇਂ ਮਹਾਰਾਜ ਕਹਿੰਦੇ ਤੁਸੀਂ ਲਕੀਰਾਂ ਖਿੱਚੀਆਂ, ਮੇਟ ਦਿੱਤੀਆਂ, ਨਾ ਲਾਭ ਹੋਇਆ ਨਾ ਹਾਨੀ ਹੋਈ। ਇਕ ਸਰਾਵਾਂ ਅੰਮ੍ਰਿਤ ਸਤਿਗੁਰਨ ਕੀ ਇਮ ਜਾਨ ਸੁਜਾਨਾ। ਇਸ ਕਰਕੇ ਗਰੀਬ ਨਵਾਜ ਕਹਿੰਦੇ, ਹੇ ਸਿਆਣਿਓ ਗੁਰਮੁਖੋ ਜਾਣੋ, ਸਤਿਗੁਰਾਂ ਦੀ ਬਿਰਤੀ ਇਸ ਤਰ੍ਹਾਂ ਇੱਕ ਰਸ ਰਹਿੰਦੀ ਹੈ। ਜਿਵੇਂ ਤੁਹਾਡੀ ਬਿਰਤੀ ਇੱਕ ਰਸ ਹੈ ਨਾ, ਆ ਲਕੀਰਾਂ ਖਿੱਚਣ ਲੱਗਿਆਂ ਤੇ ਲਕੀਰਾਂ ਮੇਟਣ ਲੱਗਿਆਂ, ਇਹਦੇ ਵਿੱਚ ਕੋਈ ਮੋਹ ਨਹੀਂ, ਕੋਈ ਇਹਦੇ ਵਿੱਚ ਲਗਾ ਨਹੀਂ, ਕੋਈ ਇਹਦੇ ਵਿੱਚ ਦੁੱਖ ਨਹੀਂ, ਨਾ ਵਾਧਾ ਨਾ ਘਾਟਾ। ਇੱਕ ਰਸ ਬਿਰਤੀ ਰਹੀ ਨਾ, ਲਕੀਰਾਂ ਖਿੱਚਣ ਲੱਗਿਆਂ ਤੇ ਮੇਟਣ ਲੱਗਿਆਂ। ਤੇ ਮਹਾਰਾਜ ਕਹਿੰਦੇ ਸਤਿਗੁਰੂ ਦੀ ਬਿਰਤੀ ਇਸ ਤਰ੍ਹਾਂ ਇੱਕ ਰਸ ਹੁੰਦੀ ਆ। ਜੇ ਪੁੱਤਰ ਪ੍ਰਾਪਤ ਹੋ ਗਏ ਤਾਂ ਵੀ ਬਿਰਤੀ ਇੱਕ ਰਸ, ਜੇ ਪੁੱਤਰਾਂ ਦਾ ਵਿਛੋੜਾ ਪੈ ਗਿਆ ਤਾਂ ਵੀ ਬਿਰਤੀ ਇੱਕ ਰਸ। ਪਰ ਇਹ ਸਤਿਗੁਰੂ ਦੀ ਆਪਾਂ ਕਹਿ ਸਕਦੇ ਹਾਂ, ਜਾਂ ਜਿਹਦੇ ਉੱਤੇ ਗੁਰੂ ਸਾਹਿਬ ਜੀ ਆਪਣੀ ਪੂਰੀ ਕਿਰਪਾ ਕਰ ਦੇਣ, ਰਹਿਮਤ ਕਰ ਦੇਣ, ਫਿਰ ਨਹੀਂ ਤੇ ਕੋਈ ਆਪਣਾ ਘਰ ਦੇ ਮੈਂਬਰ ਕੋਈ ਸੰਬੰਧੀ ਚੜ੍ਹਾਈ ਕਰੇ, ਪਤਾ ਫਿਰ ਲੱਗਦਾ। ਕੋਈ ਸੰਬੰਧੀ, ਕੋਈ ਜਿਹਦੇ ਨਾਲ ਸਾਡਾ ਖਾਸ ਲਗਾਅ ਹੈ, ਸਾਡਾ ਘਰ ਦਾ ਮੈਂਬਰ ਹੈ, ਜਦੋਂ ਆਸੇ ਪਾਸੇ ਕੋਈ ਚੜ੍ਹਾਈ ਕਰੇ ਫਿਰ ਤਾਂ ਕਹਿ ਹੀ ਦਿੰਦੇ ਵੀ ਭਾਣਾ ਮੰਨਣਾ ਚਾਹੀਦਾ, ਭਾਣੇ 'ਚ ਰਹਿਣਾ ਚਾਹੀਦਾ। ਪਰ ਇਹ ਆ ਵੀ ਇਹ ਗੁਰੂ ਸਾਹਿਬ ਕਿਰਪਾ ਕਰਨ, ਭਾਣਾ ਜਿਹੜਾ ਹੈ ਮਹਾਰਾਜ ਨੇ ਬਾਣੀ 'ਚ ਵੀ ਆਖਿਆ ਵੀ ਕਹਿਣਾ ਤੇ ਕਹਾਉਣਾ ਸੌਖਾ ਹੈ ਪਰ ਮੰਨਣਾ ਔਖਾ ਹੈ। ਸੁਹੇਲਾ ਕਹਿਣ ਕਹਾਵਣ, ਤੇਰਾ ਬਿਖਮ ਭਾਵਨ। ਬਿਖਮ ਕਹਿੰਦੇ ਔਖੇ ਨੂੰ, ਕਠਨ ਨੂੰ, ਵੀ ਕਹਿ ਦੇਣਾ, ਕੱਥ ਦੇਣਾ, ਭਾਣੇ ਦੀ ਗੱਲ ਕਰ ਦੇਣੀ, ਭਾਣੇ ਦੀ ਗੱਲ ਸੁਣ ਲੈਣੀ ਬੜਾ ਸੌਖਾ ਹੈ, ਕਿਹੜਾ ਜ਼ੋਰ ਲੱਗਦਾ। ਪਰ ਜਿਸ ਵੇਲੇ ਆਪਣੇ ਉੱਤੇ ਵਾਪਰੇ, ਆਪ ਨੂੰ ਮੰਨਣਾ ਪਵੇ, ਆਪਣਾ ਪੁੱਤਰ ਚੜ੍ਹਾਈ ਕਰੇ, ਆਪਣਾ ਭਰਾ ਚੜ੍ਹਾਈ ਕਰੇ, ਆਪਣਾ ਪਿਤਾ ਚੜ੍ਹਾਈ ਕਰੇ, ਉਦੋਂ ਪਤਾ ਲੱਗਦਾ ਕਿ ਭਾਣਾ ਮੰਨਿਆ ਜਾਂਦਾ ਕਿ ਨਹੀਂ ਮੰਨਿਆ ਜਾਂਦਾ। ਸੁਹੇਲਾ ਕਹਿਣ ਕਹਾਵਣ, ਤੇਰਾ ਬਿਖਮ ਭਾਵਨ। ਪਰ ਜਿਹਦੇ ਉੱਤੇ ਗੁਰੂ ਸਾਹਿਬ ਜੀ ਕਿਰਪਾ ਕਰਦੇ, ਉਸ ਨੂੰ ਇਹ ਦਾਤ ਬਖਸ਼ ਦਿੰਦੇ। ਜਿਵੇਂ ਭਾਈ ਭਿਖਾਰੀ ਨੂੰ ਬਖਸ਼ਿਸ਼ ਕੀਤੀ ਸੀ ਮਹਾਰਾਜ। ਪਰ ਐਸੇ ਗੁਰਮੁਖ ਜਗ ਮਹਿ ਉੱਤਮ ਕਾਢਿਆ ਹੈ, ਵਿਰਲੇ ਕੇਈ ਕੇ। ਉਹਨੂੰ ਪਹਿਲਾਂ ਪਤਾ ਸੀ, ਭਾਈ ਭਿਖਾਰੂ 5ਵੇਂ ਪਾਤਸ਼ਾਹ ਦਾ ਸਿੱਖ ਹੋਇਆ, ਗੁਜਰਾਤ ਦਾ ਰਹਿਣ ਵਾਲਾ ਸੀ, ਪਾਕਿਸਤਾਨ ਦੇ ਇਲਾਕਾ ਅੱਜ ਕੱਲ। ਤਾਂ ਉਹਨੂੰ ਮਹਾਰਾਜ ਸਾਹਿਬ ਜੀ ਨੇ ਅੰਤਰਜਾਮਤਾ ਵੀ ਦਿੱਤੀ ਹੋਈ ਸੀ ਭਾਈ ਭਿਖਾਰੀ ਨੂੰ। ਇੱਕ ਸਿੱਖ ਨੇ ਬੇਨਤੀ ਕੀਤੀ ਸੀ 5ਵੇਂ ਪਾਤਸ਼ਾਹ ਦੇ ਕੋਲੇ ਕਿ ਮਹਾਰਾਜ ਕੋਈ ਐਸਾ ਸਿੱਖ ਹੋਵੇ ਜਿਹੜਾ ਭਾਣੇ 'ਚ ਚੱਲਦਾ ਹੋਵੇ, ਉਹਦੇ ਦਰਸ਼ਨ ਕਰਾਓ। ਮਹਾਰਾਜ ਕਹਿੰਦੇ ਗੁਜਰਾਤ 'ਚ ਚਲੇ ਜਾ, ਸਾਡਾ ਸਿੱਖ ਆ ਭਾਈ ਭਿਖਾਰੀ। ਨਾਂ ਭਿਖਾਰੀ ਸੀ, ਉਸ ਤਰ੍ਹਾਂ ਉਹਦਾ ਬੜਾ ਵੱਡਾ ਕਾਰੋਬਾਰ ਸੀ, ਵਿਆਹ ਸੀ ਘਰੇ, ਹਲਵਾਈ ਲੱਗੇ ਹੋਏ, ਬਸਤਰ ਬਣਾਏ ਹੋਏ, ਆਪ ਸਾਰਾ ਕਾਰਜ ਕੀਤਾ। ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਸੀ ਜਦੋਂ ਉਹ ਸਿੱਖ ਗਿਆ, ਪਾਠ ਸੰਪੂਰਨ ਕੀਤਾ। ਫਿਰ ਆਪਣੇ ਹੱਥੀਂ ਇੱਕ ਤੱਪੜ ਸੀਤਾ, ਬੋਰੀਆਂ ਇਕੱਠੀਆਂ ਕਰਕੇ, ਤੇ ਘਰੇ ਲਿਆ ਕਰਕੇ ਉਹ ਰੱਖਿਆ, ਜਿਹਦੇ ਉੱਤੇ ਮੁਰਦਾ ਪਾ ਕੇ ਖੜੀਦਾ ਹੈ, ਫੱਟਾ ਲਿਆ ਕੇ ਰੱਖਿਆ। ਉਹ ਵੇਖ ਕੇ ਸਾਰੇ ਹੈਰਾਨ। ਜਦੋਂ ਵਿਆਹ ਕਰਕੇ ਆਇਆ ਤੇ ਇੱਕ ਰਾਤ ਤੋਂ ਅਗਲੀ ਰਾਤ ਜਿਹੜਾ ਉਹਦਾ ਪੁੱਤਰ ਚੜ੍ਹਾਈ ਕਰ ਗਿਆ। ਫਿਰ ਉਹਨੇ ਆਪ ਹੱਥੀਂ ਸੰਸਕਾਰ ਕੀਤਾ, ਕੀਰਤਨ ਸੋਹਿਲੇ ਦਾ ਪਾਠ ਕੀਤਾ, ਅਲਾਣੀਆਂ ਦੇ 5 ਸ਼ਬਦ ਪੜ੍ਹੇ। ਸਾਰੀ ਉਹੋ ਹੀ ਤੱਪੜ ਜਿਹੜਾ ਆਪਣੇ ਹੱਥੀਂ ਸੀਤਾ ਸੀ ਨਾ, ਉਧਰ ਹਲਵਾਈ ਲੱਗੇ ਸੀ, ਉਧਰ ਤੱਪੜ ਸੀਣ ਡਿਆ ਸੀ ਭਾਈ ਭਿਖਾਰੀ। ਉਹਨੂੰ ਵਿਛਾ ਕੇ ਤੇ ਉਹੀ ਮੇਲ ਘਰੇ ਵਿਆਹ ਤੇ ਆਇਆ ਤੇ ਉਹ ਤੱਪੜ ਤੇ ਬਹਾ ਦਿੱਤਾ ਸਾਰੇ। ਉਹ ਸਿੱਖ ਨੇ ਆਖਿਆ ਵੀ ਸਿੱਖਾ, ਜੇ ਤੈਨੂੰ ਪਤਾ ਸੀ ਵੀ ਮੇਰੇ ਪੁੱਤਰ ਨੇ ਚੜ੍ਹਾਈ ਕਰ ਜਾਣਾ, ਤੂੰ ਅਰਦਾਸ ਬੇਨਤੀ ਕਰਦਾ, ਜੇ ਆਪ ਨਹੀਂ ਸੀ ਕੁਝ ਕਰ ਸਕਦਾ, 5ਵੇਂ ਪਾਤਸ਼ਾਹ ਅੱਗੇ ਬੇਨਤੀ ਕਰਦਾ ਵੀ ਮੇਰਾ ਪੁੱਤਰ ਬਚ ਜਾਏ। ਭਾਈ ਭਿਖਾਰੀ ਨੇ ਆਖਿਆ ਸਿੱਖਾ ਗੁਰਬਾਣੀ ਪੜ੍ਹਦਾ ਹੁੰਨਾ? ਉਹਨੇ ਕਿਹਾ ਪੜ੍ਹਦਾ ਹੁੰਨਾ। ਕਹਿੰਦਾ ਫਿਰ ਮਹਾਰਾਜ ਨੇ ਆਖਿਆ ਭਾਣਾ ਮੰਨਣਾ। ਇਸ ਕਰਕੇ ਜਿਹੜੇ ਬਾਣੀ ਨੂੰ ਪੜ੍ਹ ਕੇ ਅੱਗੇ ਕਮਾਉਂਦੇ ਆ, ਉਹ ਗੁਰੂ ਸਾਹਿਬ ਕਿਰਪਾ ਕਰਨ ਤੇ ਤਾਂ ਇਹ ਬਖਸ਼ਿਸ਼ ਪ੍ਰਾਪਤ ਹੁੰਦੀ ਕਿਤੇ। ਫਿਰ ਉਹਨੇ ਪਿਛਲਾ ਵੀ ਦੱਸਿਆ ਤੇ ਉਹਨੇ ਸਿੱਖ ਨੇ ਆਖਿਆ ਤੁਹਾਨੂੰ ਭਾਈ ਸਾਹਿਬ ਪਤਾ ਸੀ ਵੀ ਇਹਨਾਂ ਦੀ ਮੌਤ ਹੋ ਜਾਣੀ, ਇਹਦੀ ਪੁੱਤਰ ਦੀ? ਉਹਨੇ ਕਿਹਾ ਪਤਾ ਸੀ ਮਹਾਰਾਜ ਦੀ ਕਿਰਪਾ ਦੇ ਨਾਲ। ਫਿਰ ਇਹ ਵੀ ਦੱਸਿਆ ਵੀ ਇਹਦੇ ਪਿਛਲੇ ਜਨਮ ਦਾ ਵੀ ਮੈਨੂੰ ਪਤਾ,
ਇਹ ਤਪਸਵੀ ਸੀ ਤੇ ਇਹ ਜੰਗਲ 'ਚ ਤਪੱਸਿਆ ਕਰਦਾ ਹੋਇਆ ਮੰਗਣ ਵਾਸਤੇ ਜਾਂਦਾ ਸੀ। ਜਿਹੜੀ ਮੇਰੀ ਨੂੰਹ ਬਣ ਕੇ ਆਈ ਨਾ, ਇਹਦੇ ਉੱਤੇ ਮੋਹਿਤ ਹੋ ਗਿਆ ਸੀ। ਇਹਨਾਂ ਦੋਨਾਂ ਦਾ ਸੰਬੰਧ ਸੀ ਉਸ ਵੇਲੇ ਦਾ ਵੀ ਸਾਡਾ ਮੇਲ ਮਿਲਾਪ ਹੋਵੇ, ਤੇ ਕਹਿੰਦੇ ਉਹ ਵੀ ਇਹਨਾਂ ਦੀ ਇੱਛਾ ਪੂਰੀ ਹੋਈ ਆ ਤੇ ਇਹਦੇ ਸਵਾਸ ਇਸ ਤਰ੍ਹਾਂ ਹੀ ਪੂਰੇ ਹੋਣੇ ਸੀ। ਉਹ ਸਾਰਾ ਦੱਸਿਆ ਭਾਈ ਭਿਖਾਰੀ ਜੀ ਨੇ। ਤੋ ਇਥੋਂ ਤੀਕ ਅਵਸਥਾ ਤੇ ਸਾਧ ਸੰਗਤ ਜੀ, ਮਹਾਰਾਜ ਸਾਹਿਬ ਕਿਰਪਾ ਕਰਨ, ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ। ਇਹ ਜਿਹਦੇ ਤੇ ਗੁਰੂ ਕੀ ਕਿਰਪਾ ਹੋਵੇ, ਉਹਦੇ ਹਿਰਦੇ ਵਿੱਚ ਗੁਰੂ ਕਾ ਸ਼ਬਦ, ਗੁਰੂ ਕੀ ਆਗਿਆ ਵਸਦੀ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤੋ। ਜਿਉਂਦਿਆਂ ਮੁਕਤ ਐਸੇ ਪੁਰਖ ਹੁੰਦੇ ਆ। ਤੇ ਗੁਰੂ ਸਾਹਿਬ ਜੀ ਦੀ ਅਵਸਥਾ ਦਾ ਤੇ ਕੋਈ ਕਹਿ ਕੀ ਸਕਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਸਿੱਖੋ ਜਿਵੇਂ ਤੁਹਾਨੂੰ ਲਕੀਰਾਂ ਖਿੱਚੀਆਂ ਕੋਈ ਲਾਭ ਤੇ ਘਾਟਾ ਨਹੀਂ ਨਾ ਪਿਆ, ਇਸੇ ਤਰ੍ਹਾਂ ਸਤਿਗੁਰਾਂ ਦੀ ਬਿਰਤੀ ਇੱਕ ਰਸ ਹੁੰਦੀ ਹੈ। ਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣੇ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰੇ ਉਤਾਰ। ਆਏ ਪ੍ਰਭ ਸਰਨਾਗਤੇ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸਿੰਘ ਸੁਜਾਨ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।